ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 229 ਤੇ ਹੇਠੋਂ ਦੂਸਰੀ ਪੰਕਤੀ ਹੈ। ਗੌੜੀ ਮਹਿਲਾ ਤੀਜਾ। ਗੁਰਮੁਖ ਸੇਵਾ ਪ੍ਰਾਣ ਆਧਾਰਾ, ਹਰ ਜਿਉ ਰਾਖੋ ਹਿਰਦੈ ਉਰ ਧਾਰਾ, ਗੁਰਮੁਖ ਸੋਭਾ ਸਾਚ ਦੁਆਰਾ। ਤੀਸਰੇ ਪਾਤਸ਼ਾਹ ਫਰਮਾਨ ਕਰਦੇ ਨੇ, ਗੁਰਮੁਖ ਸੇਵਾ, ਗੁਰੂ ਦੇ ਰਾਹੀਂ ਗੁਰਮੁਖ ਬਣ ਕੇ ਜਿਹੜਾ ਪਰਮਾਤਮਾ ਦਾ ਸਿਮਰਨ ਕਰਦਾ ਹੈ, ਜਿਹੜਾ ਪਰਮਾਤਮਾ ਦਾ ਸਿਮਰਨ ਹੈ ਪ੍ਰਾਣ ਆਧਾਰਾ, ਇਹ ਜੀਵਨ ਦੇ ਪ੍ਰਾਣਾਂ ਦਾ ਆਸਰਾ ਹੈ। ਹਰ ਜਿਉ ਰਾਖੋ ਹਿਰਦੈ ਉਰ ਧਾਰਾ, ਹਿਰਦੈ ਤੇ ਉਰ ਇੱਕੋ ਹੀ ਗੱਲ ਹੈ। ਹਰੀ ਦੀ ਯਾਦ ਨੂੰ ਹਿਰਦੇ ਵਿੱਚ ਧਾਰਨ ਕਰੋ। ਧਾਰਾ ਮਨ ਟਿਕਾਓ, ਧਾਰਨ ਕਰੋ। ਹਰ ਜੀਵ ਨੂੰ ਹਿਰਦੇ 'ਚ ਰੱਖੋ, ਉਹਦੀ ਯਾਦ ਨੂੰ ਹਿਰਦੇ 'ਚ ਵਸਾਓ। ਫਿਰ ਕੀ ਹੋਏਗਾ? ਗੁਰਮੁਖ ਸੋਭਾ ਸਾਚ ਦੁਆਰਾ। ਗੁਰਮੁਖ ਬਣ ਕੇ ਜਿਹੜੀ ਤੁਹਾਡੀ ਸੋਭਾ ਹੈ ਉਹ ਪਰਮਾਤਮਾ ਦੇ ਦਰ 'ਤੇ ਹੋਵੇਗੀ। ਪਰਮਾਤਮਾ ਦੇ ਦਰ 'ਤੇ ਤੁਹਾਨੂੰ ਵਡਿਆਈ ਮਿਲੇਗੀ, ਸੋਭਾ ਮਿਲੇਗੀ। ਸੋ ਗੁਰਮੁਖ ਬਣਨਾ ਹੈ। ਗੁਰਮੁਖ ਬਣ ਜਾਵਾਂਗੇ, ਫਿਰ ਸਿਮਰਨ ਕਰਾਂਗੇ। ਸਿਮਰਨ ਫਿਰ ਜੀਵਨ ਦਾ ਆਧਾਰ ਸਮਝਿਆ ਜਾਂਦਾ। ਆਮ ਲੋਕਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ। ਜਦੋਂ ਗੁਰਮੁਖ ਹੋ ਜਾਂਦਾ ਬੰਦਾ, ਫਿਰ ਉਹਨੂੰ ਸਮਝ ਆ ਜਾਂਦੀ ਹੈ ਕਿ ਜਿਹੜਾ ਸਿਮਰਨ ਹੈ ਇਹ ਤਾਂ ਸਾਡੇ ਪ੍ਰਾਣਾਂ ਦਾ ਆਧਾਰ ਹੈ। ਕਹਿੰਦੇ ਹਰ ਜਿਉ ਰਾਖੋ ਹਿਰਦੈ ਉਰ ਧਾਰਾ, ਹਰੀ ਨੂੰ ਹਮੇਸ਼ਾ ਹਿਰਦੇ 'ਚ ਵਸਾ ਕੇ ਰੱਖੋ, ਉਹਦੀ ਯਾਦ ਨੂੰ ਹਿਰਦੇ 'ਚ ਵਸਾਓ। ਗੁਰਮੁਖ ਸੋਭਾ ਸਾਚ ਦੁਆਰਾ, ਸਾਚ ਦੁਆਰਾ ਪਰਮਾਤਮਾ ਦੇ ਦਰ 'ਤੇ ਫਿਰ ਉਸ ਇਨਸਾਨ ਨੂੰ ਸੋਭਾ ਮਿਲਦੀ ਹੈ, ਵਡਿਆਈ ਮਿਲਦੀ ਹੈ। ਗੁਰਮੁਖ ਸੇਵਾ ਪ੍ਰਾਣ ਆਧਾਰਾ, ਗੁਰਮੁਖ ਸੇਵਾ ਪ੍ਰਾਣ ਆਧਾਰਾ, ਗੁਰਮੁਖ ਸੇਵਾ ਪ੍ਰਾਣ ਆਧਾਰਾ, ਗੁਰਮੁਖ ਸੇਵਾ ਪ੍ਰਾਣ ਆਧਾਰਾ। ਹਰ ਜਿਉ ਰਾਖੋ ਹਿਰਦੈ ਉਰ ਧਾਰਾ, ਹਰ ਜਿਉ ਰਾਖੋ ਹਿਰਦੈ ਉਰ ਧਾਰਾ, ਹਰ ਜਿਉ ਰਾਖੋ ਹਿਰਦੈ ਉਰ ਧਾਰਾ, ਹਰ ਜਿਉ ਰਾਖੋ ਹਿਰਦੈ ਉਰ ਧਾਰਾ। ਗੁਰਮੁਖ ਸੋਭਾ ਸਾਚ ਦੁਆਰਾ, ਗੁਰਮੁਖ ਸੋਭਾ ਸਾਚ ਦੁਆਰਾ, ਗੁਰਮੁਖ ਸੋਭਾ ਸਾਚ ਦੁਆਰਾ, ਗੁਰਮੁਖ ਸੋਭਾ ਸਾਚ ਦੁਆਰਾ। ਇੱਥੇ ਤਾਂ ਸੋਭਾ ਮਿਲਦੀ ਹੀ ਮਿਲਦੀ ਹੈ, ਪਰਮਾਤਮਾ ਦੇ ਦਰ 'ਤੇ ਜਾ ਕੇ ਵੀ ਸੋਭਾ ਮਿਲਦੀ ਹੈ। ਪੰਡਿਤ ਹਰ ਪੜ੍ਹ ਤਜੋ ਵਿਕਾਰਾ, ਗੁਰਮੁਖ ਪੌਜਲ ਉਤਰੋ ਪਰ। ਹੇ ਪੰਡਿਤ ਜੀ, ਹਰ ਪੜ੍ਹ, ਹਰੀ ਬਾਰੇ ਪੜ੍ਹੋ। ਤਜੋ ਵਿਕਾਰਾ, ਬੁਰਾਈਆਂ ਛੱਡੋ। ਪਰਮਾਤਮਾ ਬਾਰੇ ਪੜ੍ਹੋ। ਆ ਸਾਰੀ ਬਾਣੀ ਪਰਮਾਤਮਾ ਬਾਰੇ ਹੈ ਨਾ। ਪਰਮਾਤਮਾ ਬਾਰੇ ਪੜ੍ਹੋ। ਸਾਰੀਆਂ ਬੁਰਾਈਆਂ ਛੱਡੋ। ਤਜੋ ਹੁੰਦਾ ਛੱਡੋ। ਗੁਰਮੁਖ ਪੌਜਲ ਉਤਰੋ ਪਰ, ਅਤੇ ਗੁਰੂ ਦੇ ਆਖੇ ਲੱਗ ਕੇ ਇਸ ਭਾਵ ਸਾਗਰ ਤੁਸੀਂ ਪਾਰ ਉਤਰ ਜਾਓ। ਗੁਰਮੁਖ ਹੋਵਾਂਗੇ, ਗੁਰੂ ਦੇ ਆਖੇ ਲੱਗਾਂਗੇ ਤਾਂ ਹੀ ਨਾਮ ਜਪਾਂਗੇ, ਨਹੀਂ ਤੂੰ ਇੰਝ ਕੋਈ ਨਾਮ ਨੂਮ ਜਪਦਾ।
ਇਸ ਲਈ ਪੰਡਿਤਾਂ ਨੂੰ ਸਮਝਾਇਆ ਕਿ ਇਹ ਪੰਡਿਤ ਜੀ, ਹਾਰ ਪੜ੍ਹ, ਅੜਾੜੇ ਨੂੰ ਔਂਕੜ ਲਾਇਆ ਹੋਇਆ, ਹੁਕਮ ਕੀਤਾ ਹੋਇਆ ਹਰੀ ਪੜ੍ਹੋ, ਹਰੀ ਬਾਰੇ ਪੜ੍ਹੋ, ਤਜੋ ਵਿਕਾਰ, ਬੁਰਾਈਆਂ ਛੱਡੋ, ਗੁਰਮੁਖ ਪੌਜਲ ਉਤਰੋ ਪਰ। ਫਿਰ ਗੁਰੂ ਦੇ ਰਾਹੀਂ ਗੁਰਮੁਖ ਬਣ ਕੇ ਇਸ ਭਵ ਸਾਗਰ ਤੋਂ ਪਾਰ ਉਤਰ ਜਾਓ। ਗੁਰਮੁਖ ਵਿੱਚੋਂ ਹਉਮੈ ਜਾਏ, ਗੁਰਮੁਖ ਮੈਲ ਨ ਲਾਗੈ ਆਏ, ਗੁਰਮੁਖ ਨਾਮ ਵਸੈ ਮਨ ਆਏ। ਗੁਰਮੁਖ ਵਿੱਚੋਂ ਹਉਮੈ ਜਾਏ, ਜਦੋਂ ਮਨੁੱਖ ਗੁਰਮੁਖ ਹੋ ਜਾਂਦਾ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ। ਕਿਉਂ ਗੁਰੂ ਦੇ ਆਖੇ ਲੱਗਾਂਗੇ ਫਿਰ ਅਸੀਂ ਹਉਮੈ ਕਰਾਂਗੇ ਹੀ ਨਹੀਂ। ਗੁਰੂ ਮਹਾਰਾਜ ਜੀ ਸਾਨੂੰ ਸਮਝਾ ਦੇਣਾ ਹੈ ਕਿ ਭਾਈ ਜੋ ਕੁਛ ਤੇਰੇ ਕੋਲੇ ਹੈ ਜਾਂ ਜੋ ਕੁਛ ਤੈਨੂੰ ਪ੍ਰਾਪਤ ਹੋ ਰਿਹਾ, ਇਹ ਸਭ ਦਾਤੇ ਦੀ ਕਿਰਪਾ ਹੈ। ਅਸੀਂ ਹਉਮੈ ਇਸ ਲਈ ਕਰਦੇ ਹਾਂ ਕਿ ਸਾਨੂੰ ਇਸ ਲਾਈਨ 'ਤੇ ਵਿਸ਼ਵਾਸ ਨਹੀਂ ਹੈ। ਜਿਹੜਾ ਵੀ ਸੁਖਮਨੀ ਸਾਹਿਬ ਦਾ ਪਾਠ ਕਰਦਾ ਇਹ ਲਾਈਨ 'ਤੇ ਪੜ੍ਹ ਹੀ ਰਿਹਾ, ਪਰ ਉਸਨੂੰ ਵਿਸ਼ਵਾਸ ਨਹੀਂ ਆ ਰਿਹਾ ਕਿ ਜੋ ਮੈਂ ਖਾ ਪੀ ਰਿਹਾ, ਜੋ ਮੈਂ ਪਹਿਨ ਰਿਹਾ, ਜਿਸ ਘਰ 'ਚ ਮੈਂ ਰਹਿ ਰਿਹਾ, ਜਿਹੜੀ ਮੈਂ ਨੌਕਰੀ ਕਰ ਰਿਹਾ ਹਾਂ, ਜਿਹੜੇ ਮੇਰੇ ਬਾਲ ਬੱਚੇ ਨੇ, ਸਭ ਦਾਤੇ ਦੀ ਦਿੱਤੀ ਹੋਈ ਕਿਰਪਾ ਹੈ, ਉਹਨਾਂ ਦਿੱਤੇ ਹੋਏ ਨੇ। ਮਨੁੱਖ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ, ਇਸ ਲਈ ਹਉਮੈ ਕਰਦਾ ਹੈ। ਜਦੋਂ ਗੁਰਮੁਖ ਬਣੇਗਾ ਫਿਰ ਉਹਨੂੰ ਗੁਰੂ ਦੀ ਗੱਲ 'ਤੇ ਵਿਸ਼ਵਾਸ ਹੋਵੇਗਾ। ਜਦੋਂ ਗੁਰੂ ਦੀ ਗੱਲ 'ਤੇ ਵਿਸ਼ਵਾਸ ਹੋਵੇਗਾ, ਹਉਮੈ ਛੱਡ ਦੇਗਾ, ਹਉਮੈ ਖਤਮ ਹੋ ਜਾਏਗੀ। ਗੁਰਮੁਖ ਵਿੱਚੋਂ ਹਉਮੈ ਜਾਏ, ਗੁਰਮੁਖ ਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ। ਗੁਰਮੁਖ ਮੈਲ ਨਾ ਲਾਗੈ ਆਏ। ਜਿਹੜਾ ਗੁਰਮੁਖ ਹੁੰਦਾ ਹੈ, ਗੁਰੂ ਦੇ ਆਖੇ ਲੱਗਦਾ ਹੈ, ਉਹਦੇ ਮਨ ਨੂੰ ਮੈਲ ਲੱਗਦੀ ਹੀ ਨਹੀਂ। ਕਿਉਂ ਨਹੀਂ ਲੱਗਦੀ? ਕਿਉਂਕਿ ਗਲਤ ਕੰਮ ਹੀ ਨਹੀਂ ਕਰਦਾ। ਹਰ ਗਲਤ ਕੰਮ ਨੇ ਸਾਡੇ ਮਨ ਨੂੰ ਮੈਲਾ ਕਰਨਾ, ਹਰ ਸ਼ੁਭ ਕਰਮ ਨੇ ਸਾਡੇ ਮਨ ਨੂੰ ਸਾਫ਼ ਕਰਨਾ। ਸੋ ਗੁਰਮੁਖ ਨੂੰ ਇਸ ਲਈ ਮੈਲ ਲੱਗਦੀ ਹੀ ਨਹੀਂ, ਕਿਉਂਕਿ ਗੁਰੂ ਦੇ ਆਖੇ ਲੱਗਦਾ ਹੈ ਅਤੇ ਇਸ ਲਈ ਸ਼ੁਭ ਕਰਮ ਕਰਦਾ ਹੈ। ਗੁਰਮੁਖ ਨਾਮ ਵਸੈ ਮਨ ਆਏ। ਜਿਹੜਾ ਗੁਰਮੁਖ ਹੁੰਦਾ ਉਹਦੇ ਮਨ ਦੇ ਵਿੱਚ ਨਾਮ ਵਸ ਜਾਂਦਾ ਹੈ। ਕਿ ਬਣਦੇ ਗੁਰਮੁਖ ਉਦੋਂ ਹੈ, ਨਾਮ ਹਿਰਦੇ 'ਚ ਵਸ ਜਾਂਦਾ ਹੈ। ਗੁਰਮੁਖ ਵਿੱਚੋਂ ਹਉਮੈ ਜਾਏ, ਗੁਰਮੁਖ ਵਿੱਚੋਂ ਹਉਮੈ ਜਾਏ। ਗੁਰਮੁਖ ਵਿੱਚੋਂ ਹਉਮੈ ਜਾਏ, ਗੁਰਮੁਖ ਵਿੱਚੋਂ ਹਉਮੈ ਜਾਏ। ਗੁਰਮੁਖ ਮੈਲ ਨ ਲਾਗੈ ਆਏ, ਗੁਰਮੁਖ ਮੈਲ ਨ ਲਾਗੈ ਆਏ। ਗੁਰਮੁਖ ਮੈਲ ਨ ਲਾਗੈ ਆਏ, ਗੁਰਮੁਖ ਮੈਲ ਨ ਲਾਗੈ ਆਏ। ਗੁਰਮੁਖ ਨਾਮ ਵਸੈ ਮਨ ਆਏ, ਗੁਰਮੁਖ ਨਾਮ ਵਸੈ ਮਨ ਆਏ। ਗੁਰਮੁਖ ਨਾਮ ਵਸੈ ਮਨ ਆਏ, ਗੁਰਮੁਖ ਨਾਮ ਵਸੈ ਮਨ ਆਏ। ਗੁਰਮੁਖ ਕਰਮ ਧਰਮ ਸਚ ਹੋਈ, ਗੁਰਮੁਖ ਅਹੰਕਾਰ ਜਲਾਏ ਦੋਈ, ਗੁਰਮੁਖ ਨਾਮ ਰਤੇ ਸੁਖ ਹੋਈ। ਜਿਹੜੇ ਗੁਰਮੁਖ ਦੇ ਕਰਮ ਨੇ ਉਹ ਸੱਚ ਅਨੁਸਾਰ ਹੁੰਦੇ। ਜਿਵੇਂ ਪਰਮਾਤਮਾ ਚਾਹੁੰਦਾ ਹੈ ਉਸ ਤਰ੍ਹਾਂ ਉਹਦੇ ਧਾਰਮਿਕ ਕਰਮ ਹੁੰਦੇ ਨੇ। ਹੁਣ ਤੁਸੀਂ ਤੀਰਥਾਂ 'ਤੇ ਇਸ਼ਨਾਨ ਕਰਦੇ ਹੋ, ਪਰਮਾਤਮਾ ਨੂੰ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕਰੋ ਨਾ ਕਰੋ,
ਉਹ ਤਾਂ ਜਿਹੜਾ ਤੁਸੀਂ ਨਾਮ ਜਪ ਕੇ ਪਵਿੱਤਰ ਹੋਣਾ ਨਾ ਪਰਮਾਤਮਾ ਦੀ ਨਜ਼ਰਾਂ ਤਾਂ ਉਹ ਹੈ ਬਸ, ਬਾਕੀ ਫਾਰਮੈਲਿਟੀਆਂ ਨੇ। ਕਾਰ ਅਖੰਡ ਪਾਠ ਰਖਾਰ ਹੈ, ਸ਼ਰਧਾ ਭਾਵਨਾ ਹੈ ਨਹੀਂ, ਸੁਣਿਆ ਹੈ ਨਹੀਂ, ਉਹ ਪਰਮਾਤਮਾ ਨੂੰ ਪਸੰਦ ਹੀ ਨਹੀਂ ਹੁੰਦਾ ਵੀ ਇਹਨੂੰ ਕੋਈ ਸ਼ਰਧਾ ਭਾਵਨਾ ਨਹੀਂ, ਇਹਨੇ 2 ਘੜੀਆਂ ਬੈਠ ਕੇ ਗੁਰੂ ਦੀ ਗੱਲ ਹੀ ਨਹੀਂ ਸੁਣੀ। ਸੋ ਗੁਰਮੁਖ ਦੇ ਜਿਹੜੇ ਧਰਮ ਕਰਮ ਹੁੰਦੇ ਨੇ ਇਹ ਸੱਚ ਅਨੁਸਾਰ ਹੁੰਦੇ ਨੇ। ਗੁਰਮੁਖ ਅਹੰਕਾਰ ਜਲਾਏ ਦੋਈ, ਇਹਨੂੰ ਅਹੰਕਾਰ ਪੜ੍ਹਨਾ, ਇਹਨੂੰ ਅਹੰਕਾਰ ਨਹੀਂ ਪੜ੍ਹਨਾ। ਜੇ ਅਹੰਕਾਰ ਪੜ੍ਹੋਗੇ ਤਾਂ ਹੰਕਾਰ ਦਾ ਵਿਰੋਧੀ ਸ਼ਬਦ ਹੋ ਜਾਏਗਾ ਵੀ ਬਿਨਾਂ ਹੰਕਾਰ ਤੋਂ। ਇਹ ਅਹੰਕਾਰ ਸੰਸਕ੍ਰਿਤ ਦਾ ਸ਼ਬਦ ਹੈ ਜਿਹਨੂੰ ਆਪਾਂ ਪੰਜਾਬੀ ਕਹਿੰਦੇ ਹੰਕਾਰ। ਦੋਈ ਮੈਨੇ ਦਵੈਤ ਭਾਵਨਾ। ਜਿਹੜਾ ਗੁਰਮੁਖ ਹੁੰਦਾ ਹੈ ਉਹ ਆਪਣੇ ਦਾ ਹੰਕਾਰ ਅਤੇ ਦਵੈਤ ਭਾਵਨਾ ਨੂੰ ਜਲਾਏ ਸਾੜ ਦਿੰਦਾ ਹੈ। ਸਾੜ ਦਿੰਦਾ। ਕਾਹਦੇ ਨਾਲ ਸਾੜਦਾ? ਇਹ ਮਾਚਿਸ ਨਾਲ ਨਹੀਂ, ਲਾਈਟਰ ਨਾਲ ਨਹੀਂ, ਨਾਮ ਨਾਲ। ਕਿਉਂਕਿ ਜਿਸ ਚੀਜ਼ ਦਾ ਆਕਾਰ ਹੈ ਉਹਨੂੰ ਤਾਂ ਅੱਗ ਨਾਲ ਸਾੜਿਆ ਜਾ ਸਕਦਾ ਜਿਹਦਾ ਆਕਾਰ ਹੀ ਕੋਈ ਨਹੀਂ ਹੋ। ਹੰਕਾਰ ਦਾ ਕੋਈ ਆਕਾਰ ਨਹੀਂ ਹੋ, ਹੰਕਾਰ ਦਿਸਦਾ ਨਹੀਂ ਹੈ ਪਰ ਪਤਾ ਲੱਗਦਾ ਇਸ ਬੰਦੇ ਨੂੰ ਹੰਕਾਰ ਹੈ। ਜਿਹੜਾ ਗੁਰਮੁਖ ਹੁੰਦਾ ਹੈ ਆਪਣੇ ਅੰਦਰ ਹੰਕਾਰ ਅਤੇ ਦਵੈਤ ਭਾਵ ਨੂੰ ਸਾੜ ਦਿੰਦਾ ਹੈ। ਗੁਰਮੁਖ ਨਾਮ ਰਤੇ ਸੁਖ ਹੋਈ। ਜਿਹੜਾ ਗੁਰਮੁਖ ਹੁੰਦਾ ਹੈ ਉਹ ਨਾਮ 'ਚ ਰੰਗਿਆ ਹੁੰਦਾ ਹੈ, ਇਸ ਲਈ ਉਹਨੂੰ ਸੁੱਖ ਮਿਲਦਾ ਹੈ। ਸੁੱਖ ਤੇ ਨਾਮ ਨੇ ਦੇਣਾ ਹੈ। ਨਾਮ ਲੋਕ ਜਪਦੇ ਨਹੀਂ, ਇਸ ਲਈ ਚੰਗੇ ਭਲੇ ਦੁਖੀ ਫਿਰੀ ਜਾਂਦੇ ਹਨ। ਜਦੋਂ ਨਿਰਣੈ ਕੀਤਾ ਬਾਣੀ ਨੇ ਸੁੱਖ ਨਾਹੀ ਰੇ ਹਰ ਭਗਤ ਬਿਨਾ, ਹਰੀ ਦੀ ਭਗਤੀ ਤੋਂ ਬਿਨਾਂ ਸੁੱਖ ਹੀ ਨਹੀਂ ਹੈਗਾ। ਇਸ ਲਈ ਜਿੰਨਾ ਵੀ ਸਮਾਂ ਮਿਲੇ ਸਿਮਰਨ ਕਰੀਦਾ, ਨਾਮ ਜਪੀਦਾ ਹੁੰਦਾ। ਗੁਰਮੁਖ ਨਾਮ ਰਤੇ, ਨਾਮ ਜਪਦਿਆਂ ਜਪਦਿਆਂ ਨਾਮ ਦਾ ਰੰਗ ਚੜ੍ਹ ਜਾਂਦਾ ਹੈ। ਫਿਰ ਕਿ ਨਾਮ ਰਤੇ, ਨਾਮ ਨਾਲ ਰੰਗੇ ਹੋਏ ਸੁੱਖ ਹੋਈ, ਉਹਨੂੰ ਫਿਰ ਸੁੱਖ ਮਿਲਦਾ ਹੈ। ਗੁਰਮੁਖ ਕਰਮ ਧਰਮ ਸਚ ਹੋਈ। 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 ਗੁਰਮੁਖ ਅਹੰਕਾਰ ਜਲਾਏ ਦੋਈ। ਗੁਰਮੁਖ ਅਹੰਕਾਰ ਜਲਾਏ ਦੋਈ। ਗੁਰਮੁਖ ਅਹੰਕਾਰ ਜਲਾਏ ਦੋਈ। ਗੁਰਮੁਖ ਅਹੰਕਾਰ ਜਲਾਏ ਦੋਈ। ਗੁਰਮੁਖ ਨਾਮ ਰਤੇ ਸੁਖ ਹੋਈ। 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 ਅੱਗੇ ਕਹਿੰਦੇ ਆਪਣਾ ਮਨ ਪ੍ਰਬੁੱਧ ਬੂਝੋ ਸੋਈ। ਕਹਿੰਦੇ ਲੋਕਾਂ ਨੂੰ ਕੀ ਸਮਝਾਉਣੇ ਹੋ, ਲੋਕ ਨਹੀਂ ਸਮਝਦੇ, ਆਪਣੇ ਮਨ ਨੂੰ ਹੀ ਸਮਝਾਓ। ਬੂਝੋ ਸੋਈ ਅਤੇ ਪਰਮਾਤਮਾ ਨੂੰ ਬੁੱਝ ਲਓ। ਆਪਣੇ ਮਨ ਨੂੰ ਸਮਝਾਓ, ਕਿਉਂਕਿ ਜੋ ਅਸੀਂ ਕਹਿੰਦੇ ਹਾਂ ਨਾ ਕਿਸੇ ਨੂੰ, ਧਰਮ ਕਹਿੰਦਾ ਪਹਿਲਾਂ ਆਪਣੇ 'ਤੇ ਲਾਗੂ ਕਰੋ। ਮੈਂ ਤੁਹਾਨੂੰ ਕਹਿੰਦਾ ਭਾਈ ਸਿਮਰਨ ਕਰਿਆ ਕਰੋ, ਆਪ ਸਿਮਰਨ ਨਹੀਂ ਕਰਦਾ ਫਿਰ ਅਸਰ ਨਹੀਂ ਹੋਇਆ ਕਰਦਾ। ਬਾਪ ਸ਼ਰਾਬ ਪੀ ਰਿਹਾ, ਆਪਣੇ ਬੱਚੇ ਸ਼ਰਾਬ ਨਾ ਪੀਆ ਕਰ, ਅਸਰ ਨਹੀਂ ਹੁੰਦਾ ਕੋਈ। ਜਿਹੜੀ ਗੱਲ ਦੂਸਰੇ ਨੂੰ ਕਹਿਣੀ ਹੈ ਉਹ ਪਹਿਲਾਂ ਆਪਣੇ 'ਤੇ ਲਾਗੂ ਕਰਨੀ ਹੈ। ਮਹਾਤਮਾ ਬੁੱਧ ਦੇ ਜੀਵਨ 'ਚ ਹੁੰਦਾ ਇੱਕ ਮਾਈ
ਆਪਣੇ ਬੱਚੇ ਨੂੰ ਲੈ ਕੇ ਮਹਾਤਮਾ ਜੀ ਕੋਲ ਆ ਗਈ। ਕਹਿੰਦੇ ਮਹਾਤਮਾ ਜੀ ਮੇਰਾ ਬੱਚਾ ਨਾ ਗੁੜ ਖਾਂਦਾ ਹੈ, ਫਿਰ ਇਹਨੂੰ ਫੋੜੇ ਨਿਕਲ ਆਉਂਦੇ ਨੇ, ਫਿਰ ਇਹ ਦੁਖੀ ਹੁੰਦਾ ਹੈ, ਇਹਨੂੰ ਸਮਝਾਓ ਇਹ ਗੁੜ ਨਾ ਖਾਇਆ ਕਰੇ। ਮਹਾਤਮਾ ਕਹਿੰਦੇ ਮਾਤਾ ਜੀ ਅਗਲੇ ਹਫ਼ਤੇ ਨੂੰ ਲੈ ਕੇ ਆਇਓ। ਉਹ ਅਗਲੇ ਹਫ਼ਤੇ ਲੈ ਗਈ। ਮਾਤਾ ਬੁੱਧ ਕਹਿੰਦੇ ਕਾਕਾ ਗੁੜ ਨਾ ਖਾਇਆ ਕਰ। ਮਾਈ ਕਹਿੰਦੀ ਜੇ ਤੁਸੀਂ ਇਹੀ ਗੱਲ ਕਹਿਣੀ ਸੀ ਫਿਰ ਪਿਛਲੇ ਹਫ਼ਤੇ ਹੀ ਕਹਿ ਦੇਣੀ ਸੀ। ਕਹਿੰਦੇ ਮਾਤਾ ਜੀ ਪਿਛਲੇ ਹਫ਼ਤੇ ਤਾਂ ਮੈਂ ਆਪ ਹੀ ਗੁੜ ਖਾਂਦਾ ਸੀ, ਇਹਨੂੰ ਕਿਵੇਂ ਕਹਿੰਦਾ? ਹੁਣ 7 ਦਿਨ ਹੋ ਗਏ ਮੈਨੂੰ ਗੁੜ ਛੱਡਿਆ ਹੋਇਆ, ਹੁਣ ਮੈਂ ਇਸ ਨੂੰ ਕਹਿ ਸਕਦਾ ਹਾਂ। ਬੜੀ ਵੱਡੀ ਇਹ 'ਚ ਗੱਲ ਹੈ ਸਿੱਖਿਆ। ਸਿਰਫ ਉਸ ਬੰਦੇ ਦੇ ਬੋਲਾਂ ਦਾ ਅਸਰ ਹੁੰਦਾ ਹੈ ਜਿਹੜੇ ਉਸਨੇ ਕਮਾਏ ਹੋਏ ਹਨ, ਜਿਸ 'ਤੇ ਉਹਨੇ ਅਮਲ ਕੀਤਾ ਹੋਇਆ ਹੈ। ਉਹ ਬੋਲ ਹੀ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਕਹਿੰਦੇ ਆਪਣਾ ਮਨ ਪ੍ਰਬੁੱਧ, ਆਪਣੇ ਮਨ ਨੂੰ ਸਮਝਾਓ, ਬੂਝੋ ਸੋਈ, ਫਿਰ ਪਰਮਾਤਮਾ ਨੂੰ ਪ੍ਰਾਪਤ ਕਰ ਲਓ। ਲੋਕ ਸਮਝਾਵੋ, ਸੁਣੇ ਨਾ ਕੋਈ। ਤੁਸੀਂ ਲੋਕਾਂ ਨੂੰ ਸਮਝਾਉਂਦੇ ਹੋ, ਤੁਹਾਡੀ ਗੱਲ ਹੀ ਕੋਈ ਨਹੀਂ ਸੁਣਦਾ, ਤੁਹਾਡੀ ਗੱਲ ਹੀ ਕੋਈ ਸੁਣਦਾ। ਉਧਰ ਕਥਾ ਵਾਰਤਾ ਹੋ ਰਹੀ ਹੁੰਦੀ, ਉਧਰ ਲੋਕ ਆਪਣੀ ਗੱਲਾਂ ਕਰੀ ਜਾਂਦੇ ਨੇ, ਸੁਣਦੇ ਹੀ ਨਹੀਂ। ਗੁਰਮੁਖ ਸਮਝੋ ਸਦਾ ਸੁਖ ਹੋਈ। ਜਦੋਂ ਗੁਰੂ ਦੇ ਰਾਹੀਂ ਸਮਝ ਆ ਜਾਏਗੀ ਨਾ, ਸਦਾ ਸੁਖ ਹੋਈ, ਫਿਰ ਸਦੀਵੀ ਸੁਖ ਦੀ ਪ੍ਰਾਪਤੀ ਹੋ ਜਾਏਗੀ। ਗੁਰੂ ਦੇ ਰਾਹੀਂ ਮਨ ਨੇ ਸਮਝਣਾ ਹੈ, ਕਿਉਂਕਿ ਮਨ ਸਾਡਾ ਹੈ, ਇਹਨੂੰ ਸਮਝਾਉਣ ਵਾਲਾ ਦੂਜਾ ਚਾਹੀਦਾ ਹੈ, ਇਹ ਚਾਹੀਦਾ। ਗੁਰੂ ਮਹਾਰਾਜ ਫਿਰ ਸਮਝਾਉਂਦੇ ਹਨ, ਪਹਿਲਾਂ ਆਪਣੇ ਮਨ ਨੂੰ ਸਮਝਾਓ, ਆਪਣੇ ਮਨ ਨੂੰ ਪ੍ਰਬੋਧੋ, ਫਿਰ ਦੂਸਰੇ ਨੂੰ ਕਹੋ। ਮਨਮੁਖ ਡੰਫ ਬਹੁਤ ਚਤੁਰਾਈ, ਜੋ ਕਿਛ ਕਮਾਵੇ ਸੋ ਥਾਏ ਨਾ ਪਾਈ। ਡੰਫ ਹੁੰਦਾ ਵਿਖਾਵਾ। ਜਿਹੜਾ ਮਨਮੁਖ ਹੈ ਇਹ ਬੜਾ ਵਿਖਾਵਾ ਕਰਦਾ ਹੈ, ਬੜੀਆਂ ਚਤੁਰਾਈਆਂ ਕਰਦਾ ਹੈ। ਜੋ ਕੁਛ ਕਮਾਵੇ ਸੋ ਥਾਏ ਨਾ ਪਾਈ, ਅਤੇ ਜੋ ਕੁਝ ਕਰ ਰਹੇ ਹੋ ਉਹ ਪ੍ਰਵਾਨ ਨਹੀਂ ਦੀ ਪਰਮਾਤਮਾ ਦਰ 'ਤੇ। ਥਾਏ ਨਾ ਪਾਈ, ਪਰਮਾਤਮਾ ਦਰ 'ਤੇ ਪ੍ਰਵਾਨ ਨਹੀਂ ਹੁੰਦਾ, ਕਿਉਂਕਿ ਮਨਮੁਖ ਹੈ। ਮਨਮੁਖ ਭਾਵੇਂ ਕੋਈ ਵੀ ਕਰਮ ਕਰੇ, ਚਾਹੇ ਧਾਰਮਿਕ ਕਰਮ ਹੀ ਕਰੇ, ਉਹ ਹੋਂ ਚਾ ਕੇ ਕਰਮ ਕਰਦਾ ਹੈ, ਇਸ ਲਈ ਕਰਮ ਲੇਖੇ ਨਹੀਂ ਪੈਂਦਾ, ਥਾਏ ਨਹੀਂ ਪੈਂਦਾ। ਆਵੇ ਜਾਵੇ ਠੌਰ ਨਾ ਕਹੇ, ਠੌਰ ਹੁੰਦਾ ਟਿਕਾਣਾ। ਆਵੇ ਉਹ ਜੰਮਦਾ ਰਹਿੰਦਾ ਹੈ, ਮਰਦਾ ਰਹਿੰਦਾ, ਉਹਨੂੰ ਸਦਾ ਲਈ ਟਿਕਾਣਾ ਕੋਈ ਨਹੀਂ ਮਿਲਦਾ। ਕਾਈ ਮੈਨੇ ਕੋਈ ਨਹੀਂ, ਠੌਰ ਨਾ ਕਾਈ, ਉਹਨੂੰ ਸਦਾ ਰਹਿਣ ਲਈ ਥਾਂ ਨਹੀਂ ਮਿਲਦੀ ਹੈ। ਮਨਮੁਖ ਕਰਮ ਕਰੇ ਬਹੁਤ ਅਭਿਮਾਨਾ। ਮਨਮੁਖ ਕਰਮ ਕਰਦਾ ਫਿਰ ਬਹੁਤ ਹੰਕਾਰ ਕਰਦਾ, ਮੈਂ ਆਹ ਕਰਤਾ, ਮੈਂ ਆਹ ਕਰਤਾ ਹੂੰ, ਹੰਕਾਰ ਕਰਦਾ। ਪਗ ਜਿਉਂ ਲਾਏ ਬਹਿ ਨਿਤ ਧਿਆਨ। ਜਿਵੇਂ ਬਗਲਾ ਬੜਾ ਧਿਆਨ ਪਾਣੀ 'ਚ ਲਾਈ ਰੱਖਦਾ ਹੈ ਤੇ ਬਗਲਾ ਨਾ, ਅੰਦਰੋਂ ਕੁਛ ਹੋਰ ਹੈ, ਬਾਹਰੋਂ ਕੁਛ ਹੋਰ ਹੈ। ਬਾਹਰੋਂ ਚਿੱਟਾ ਹੈ, ਔਰ ਕਹਿੰਦੇ ਬੜਾ ਸਾਊ ਲੱਗਦਾ, ਪਰ ਉਹਨੇ ਧਿਆਨ ਕਾਹਦੇ 'ਤੇ ਲਾਇਆ ਹੋਇਆ ਹੈ ਕਿ ਕਦੋਂ ਕੋਈ ਪਾਣੀ 'ਚ ਡੱਡੀ ਮੱਛੀ ਆਵੇ ਅਤੇ ਮੈਂ ਉਹਨੂੰ ਖਾਵਾਂ। ਅਤੇ ਉਹਦਾ ਧਿਆਨ ਤਾਂ ਡੱਡੀਆਂ ਮੱਛੀਆਂ ਵੱਲ ਹੈ। ਇਸ ਲਈ ਮਨਮੁਖ ਦੀ ਕੀਤੀ ਹੋਈ ਭਗਤੀ ਤਾਂ ਹੀ ਪ੍ਰਵਾਨ ਨਹੀਂ ਹੁੰਦੀ, ਕਿਉਂ? ਉਹ ਉੱਪਰੋਂ ਕੁਝ ਹੋਰ ਹੈ, ਵਿੱਚੋਂ ਕੁਝ ਹੋਰ ਹੈ। ਉਹ ਬਗਲੇ ਦੀ ਨਿਆਈ ਹੈ। ਦੇਖਣ ਨੂੰ ਲੱਗਦਾ ਬੜਾ ਸਿਮਰਨ ਕਰ ਰਿਹਾ ਹੋਣਾ, ਬੜਾ ਧਿਆਨ ਟਿਕਾਇਆ ਹੋਇਆ ਹੈ, ਹਿੱਲ ਨਹੀਂ ਰਿਹਾ ਹੈ, ਪਰ ਇਹ ਨਹੀਂ ਪਤਾ ਇਹ ਤਾਂ ਬਗਲਾ ਹੈ, ਇਹ ਬਾਹਰੋਂ ਕੁਛ ਹੋਰ ਹੈ, ਅੰਦਰੋਂ ਕੁਛ ਹੋਰ ਹੈ। ਸੱਜਣ ਠੱਗ ਵੀ ਤਾਂ ਬਗਲੇ ਹੀ ਸੀ ਨਾ। ਦੇਖਣ ਨੂੰ ਕੱਪੜੇ ਸੱਜਣ ਵਾਲੇ ਪਾਏ ਹੋਏ ਹਨ,
ਬੜੇ ਸਾਧੂਆਂ ਵਾਲੇ ਪਾਏ ਹੋਏ ਹਨ। ਸੇਵਾ ਵੀ ਆਏ ਗਏ ਦੀ ਕਰਦਾ ਹੈ, ਮਸੀਤ ਵੀ ਬਣਾਈ ਹੋਈ ਹੈ, ਧਰਮਸ਼ਾਲਾ ਵੀ ਬਣਾਈ ਹੋਈ ਹੈ, ਪਰ ਧਿਆਨ ਲੁੱਟਣ ਵਾਲੇ ਲੋਕਾਂ ਨੂੰ। ਇਸ ਲਈ ਸੱਜਣ ਠੱਗ ਹੈ, ਬਗਲੇ ਭਗਤ ਨੇ ਲੋਕ। ਆਮ ਲੋਕਾਂ ਨੂੰ ਪਤਾ ਨਹੀਂ ਹੁੰਦਾ ਹੈ, ਉਹ ਤਾਂ ਪਹਿਰਾਵੇ ਦਾ ਕਦਰ ਕਰਦੇ ਨੇ। ਹੁਣ ਦਸਮ ਪਾਤਸ਼ਾਹ ਕਹਿੰਦਾ ਵੀ ਜਿਹੜਾ ਅੰਮ੍ਰਿਤਧਾਰੀ ਦਿਸੇ ਉਹਨੂੰ ਫਤਿਹ ਬੁਲਾਓ ਭਾਈ। ਉਹ ਪਤਾ ਨਹੀਂ ਹੈ ਅੰਦਰੋਂ ਕਿਹੋ ਜਿਹਾ ਕਿਹੋ ਜਿਹਾ ਨਹੀਂ ਹੈ। ਉਹਦੇ ਸਰੂਪ ਨੂੰ ਵੇਖ ਕੇ ਫਤਿਹ ਬੁਲਾਉਣੀ, ਭਾਈ ਅੰਮ੍ਰਿਤਧਾਰੀ ਹੈ। ਜਮ ਪਕੜਿਆ ਤਬ ਹੀ ਪਛਤਾਨਾ। ਮਨਮੁਖ ਜਿਹੜਾ ਕਰਮ ਕਰਦਾ ਹੈ, ਕਰ ਦੇਖਣ ਨੂੰ ਧਾਰਮਿਕ ਕਰਮ ਕਰ ਰਿਹਾ ਹੈ, ਪਰ ਹੈ ਮਨਮੁਖ। ਚੁਸਤ ਚਲਾਕ ਵੀ ਬਹੁਤ ਹੈ, ਬਣੇ ਚਤਰਾਈ ਜਾਂਦੇ, ਪਰ ਉਹ ਜੋ ਵੀ ਧਾਰਮਿਕ ਕਰਮ ਕਰੇ ਉਹ ਥਾਂ ਹੀ ਨਹੀਂ ਪੈਂਦਾ, ਕਿਉਂਕਿ ਮਨ ਹੀ ਨਾ ਸ਼ੁੱਧ ਹੈ। ਮਨ ਸ਼ੁੱਧ ਨਹੀਂ, ਇਸ ਲਈ ਆਵੇ ਜਾਵੇ ਠੌਰ ਨਾ ਖਾਈ। ਹੁਣ ਜਿਹੜਾ ਮਨਮੁਖ ਹੈ ਕਰਮ ਤੇ ਕਰ ਰਿਹਾ, ਪਰ ਬਹੁਤ ਹੰਕਾਰ ਕਰ ਰਿਹਾ, ਉਹ ਬਗਲੇ ਦੀ ਨਹੀਂ ਹੈ। ਜਮ ਜਦੋਂ ਫੜ ਲੈਂਦੇ ਨੇ ਫਿਰ ਪਛਤਾਉਂਦਾ, ਕਿ ਸਾਰੇ ਪਾਜ ਉਗੜ ਜਾਂਦੇ ਨੇ। ਫਿਰ ਗੁਰੂ ਮਹਾਰਾਜ ਕਹਿੰਦੇ ਬਿਨ ਸਤਿਗੁਰ ਸੇਵੇ ਮੁਕਤ ਨ ਹੋਈ, ਗੁਰ ਪ੍ਰਸਾਦੀ ਮਿਲੈ ਹਰ ਸੋਈ, ਗੁਰ ਦਾਤਾ ਜੁਗ ਚਾਰੇ ਹੋਈ। ਬਿਨ ਸਤਿਗੁਰ ਸੇਵੇ ਮੁਕਤ ਨ ਹੋਈ, ਗੁਰੂ ਦੀ ਸੇਵਾ ਕੀਤੇ ਬਿਨਾਂ ਮੁਕਤੀ ਨਹੀਂ ਹੁੰਦੀ। ਇਹ ਜੰਮਣ ਮਰਨ ਦਾ ਚੱਕਰ ਸਮਾਪਤ ਨਹੀਂ ਹੁੰਦਾ। ਗੁਰ ਪ੍ਰਸਾਦੀ ਮਿਲੈ ਹਰ ਸੋਈ, ਗੁਰੂ ਦੀ ਕਿਰਪਾ ਨਾਲ ਹੀ ਪਰਮਾਤਮਾ ਮਿਲਦਾ ਹੈ। ਗੁਰੂ ਦੀ ਕਿਰਪਾ ਨਾਲ ਪਰਮਾਤਮਾ ਮਿਲਦਾ ਹੈ। ਗੁਰੂ ਦੀ ਸੇਵਾ ਕਰੇਗਾ ਤਾਂ ਕਿਰਪਾ ਹੋਵੇਗੀ। ਗੁਰ ਦਾਤਾ ਜੁਗ ਚਾਰੇ ਹੋਈ, ਚਾਰੇ ਯੁੱਗਾਂ 'ਚ ਗੁਰੂ ਨੂੰ ਦਾਤਾ ਮੰਨਿਆ ਗਿਆ ਹੈ। ਕਾਹਦਾ ਦਾਤਾ? ਨਾਮ ਦਾ, ਮੁਕਤੀ ਦਾ। ਨਾਮ ਦਾ ਦਾਤਾ ਹੈ ਗੁਰੂ, ਮੁਕਤੀ ਦਾਤਾ। ਇਸ ਲਈ ਗੁਰੂ ਦੀ ਸੇਵਾ ਕੀਤੇ ਬਿਨਾਂ ਮੁਕਤੀ ਨਹੀਂ ਹੁੰਦੀ। ਗੁਰੂ ਦੀ ਕਿਰਪਾ ਤੋਂ ਬਿਨਾਂ ਪਰਮਾਤਮਾ ਨਹੀਂ ਮਿਲਦਾ ਹੈ। ਗੁਰੂ ਹੀ ਹਰ ਯੁੱਗ ਵਿੱਚ ਦਾਤਾ ਹੈ, ਨਾਮ ਦਾ ਦਾਤਾ ਹੈ, ਮੁਕਤੀ ਦਾ ਦਾਤਾ ਹੈ। ਬਿਨ ਸਤਿਗੁਰ ਸੇਵੇ ਮੁਕਤ ਨ ਹੋਈ, ਬਿਨ ਸਤਿਗੁਰ ਸੇਵੇ ਮੁਕਤ ਨ ਹੋਈ। ਬਿਨ ਸਤਿਗੁਰ ਸੇਵੇ ਮੁਕਤ ਨ ਹੋਈ, ਬਿਨ ਸਤਿਗੁਰ ਸੇਵੇ ਮੁਕਤ ਨ ਹੋਈ। ਗੁਰ ਪ੍ਰਸਾਦੀ ਮਿਲੈ ਹਰ ਸੋਈ, ਗੁਰ ਪ੍ਰਸਾਦੀ ਮਿਲੈ ਹਰ ਸੋਈ। ਗੁਰ ਪ੍ਰਸਾਦੀ ਮਿਲੈ ਹਰ ਸੋਈ, ਗੁਰ ਪ੍ਰਸਾਦੀ ਮਿਲੈ ਹਰ ਸੋਈ। ਗੁਰ ਦਾਤਾ ਜੁਗ ਚਾਰੇ ਹੋਈ, ਗੁਰ ਦਾਤਾ ਜੁਗ ਚਾਰੇ ਹੋਈ। ਗੁਰ ਦਾਤਾ ਜੁਗ ਚਾਰੇ ਹੋਈ, ਗੁਰ ਦਾਤਾ ਜੁਗ ਚਾਰੇ ਹੋਈ। ਗੁਰਮੁਖ ਜਾਤ ਪਤ ਨਾਮੇ ਵਡਿਆਈ, ਸਾਇਰ ਕੀ ਪੁੱਤਰੀ ਬਿਦਾਰ ਗਵਾਈ, ਨਾਨਕ ਬਿਨ ਨਾਮੈ ਝੂਠੀ ਚਤਰਾਈ। ਗੁਰਮੁਖ ਜਾਤ ਪਤ ਨਾਮੇ ਵਡਿਆਈ, ਗੁਰਮੁਖ ਦੀ ਜਾਤ, ਗੁਰਮੁਖ ਦੀ ਪਤ, ਨਾਮ ਰੇ ਜਿਹੜੀ ਵਡਿਆਈ ਮਿਲਦੀ ਹੈ ਅਸਲ ਉਹੀ ਹੈ।
ਗੁਰਮੁਖ ਦੀ ਉਂਝ ਕੋਈ ਜਾਤ ਨਹੀਂ ਹੁੰਦੀ। ਪਰਮਾਤਮਾ ਦੇ ਨਾਮ ਰਾਹੀਂ ਜਿਹੜੀ ਉਹਨੂੰ ਵਡਿਆਈ ਮਿਲਦੀ, ਬਸ ਉਹੀ ਉਹਦੀ ਜਾਤ ਹੈ, ਉਹੀ ਉਹਦੀ ਪੱਤ ਹੈ। ਸਾਇਰ ਕੀ ਪੁੱਤਰੀ, ਸਾਇਰ ਸਮੁੰਦਰ ਨੂੰ ਕਹਿੰਦੇ ਨੇ। ਜਦੋਂ ਦੇਵਤਿਆਂ ਅਤੇ ਦੈਂਤਾਂ ਨੇ ਖੀਰ ਸਮੁੰਦਰ ਨੂੰ ਰਿੜਕਿਆ, ਉਹਦੇ ਵਿੱਚੋਂ 14 ਰਤਨ ਨਿਕਲੇ, ਉਹਦੇ ਵਿੱਚੋਂ ਲక్ష్ਮੀ ਵੀ ਨਿਕਲੀ, ਮਾਇਆ। ਇਸ ਲਈ ਕਹਿੰਦੇ ਸਾਇਰ ਕੀ ਪੁੱਤਰੀ। ਮਾਇਆ ਨੂੰ ਸਮੁੰਦਰ ਦੀ ਧੀ ਕਿਹਾ ਗਿਆ ਹੈ। ਸਾਇਰ ਕੀ ਪੁੱਤਰੀ ਬਿਦਾਰ ਗਵਾਈ। ਜਿਹੜਾ ਗੁਰਮੁਖ ਹੁੰਦਾ ਹੈ ਉਹ ਇਸ ਮਾਇਆ ਨੂੰ, ਬਿਦਾਰ ਹੁੰਦਾ ਪਾੜ ਦੇਣਾ, ਭਾਵ ਨਾਸ ਕਰ ਦੇਣਾ। ਉਹ ਆਪਣੇ ਅੰਦਰ ਮਾਇਆ ਮੋਹ ਨੂੰ ਨਾਸ ਕਰ ਦਿੰਦਾ ਹੈ। ਨਾਨਕ ਬਿਨ ਨਾਮ ਹੈ ਝੂਠੀ ਚਤਰਾਈ। ਨਾਮ ਤੋਂ ਬਿਨਾਂ ਜਿਹੜੀਆਂ ਚਤਰਾਈਆਂ ਨੇ ਸਭ ਝੂਠੀਆਂ ਨੇ, ਵਿਅਰਥ ਨੇ। ਇਸ ਲਈ ਕਹਿੰਦੇ ਜਿਹੜਾ ਗੁਰਮੁਖ ਹੁੰਦਾ ਉਹ ਪਰਮਾਤਮਾ ਦੀ ਵਡਿਆਈ ਕਰਦਾ ਹੈ। ਨਾਮ ਰਾਹੀਂ ਉਹਨੂੰ ਵਡਿਆਈ ਮਿਲਦੀ ਹੈ। ਇਹੀ ਉਹਦੀ ਜਾਤ ਹੈ, ਇਹੀ ਉਹਦੀ ਪੱਤ ਹੈ। ਸਾਇਰ ਕੀ ਪੁੱਤਰੀ ਪਾ ਮਾਇਆ। ਜਿਹੜਾ ਗੁਰਮੁਖ ਹੁੰਦਾ ਹੈ ਉਹ ਆਪਣੇ ਅੰਦਰ ਮਾਇਆ ਦਾ ਮੋਹ ਖਤਮ ਕਰ ਲੈਂਦਾ ਹੈ। ਗੁਰੂ ਕੇ ਨਾਮ ਤੋਂ ਬਿਨਾਂ ਜਿਹੜਾ ਵਡਿਆਈ ਹੈ, ਚਤਰਾਈ ਹੈ, ਸਭ ਝੂਠੀ ਹੈ। ਗੌੜੀ ਮਹਿਲਾ ਤੀਜਾ। ਇਸ ਯੁੱਗ ਕਾ ਧਰਮ ਪੜ੍ਹੋ ਤੁਮ ਭਾਈ, ਪੂਰੇ ਗੁਰ ਸਭ ਸੋਝੀ ਪਾਈ, ਐਥੇ ਅੱਗੇ ਹਰ ਨਾਮ ਸਿਖਾਈ। ਕਹਿੰਦੇ ਪੂਰੇ ਗੁਰੂ ਤੋਂ ਸੋਝੀ ਪ੍ਰਾਪਤ ਹੋਈ ਹੈ ਕਿ ਇੱਥੇ ਵੀ ਅੱਗੇ ਅਤੇ ਪਰਲੋਕ ਦੇ ਵਿੱਚ ਹੀ ਹਰੀ ਦਾ ਨਾਮ ਇਹੀ ਸਿਖਾਈ ਹੈ, ਇਹੀ ਸਾਡਾ ਮਿੱਤਰ ਹੈ। ਸਖਾ ਮਿੱਤਰ ਨੂੰ ਕਹਿੰਦੇ, ਇਹੀ ਸਾਡਾ ਮਿੱਤਰ ਹੈ। ਇਸ ਲਈ ਕਹਿੰਦੇ ਇਸ ਯੁੱਗ ਕਾ ਧਰਮ ਪੜ੍ਹੋ ਤੁਮ ਭਾਈ। ਹੇ ਭਾਈ, ਇਸ ਯੁੱਗ ਦਾ ਜਿਹੜਾ ਧਰਮ ਹੈ ਉਹ ਤੁਸੀਂ ਪੜ੍ਹੋ। ਅਤੇ ਇਸ ਯੁੱਗ ਦਾ ਧਰਮ ਹੈ ਪਰਮਾਤਮਾ ਦਾ ਨਾਮ। ਕਾਲਯੁੱਗ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਵਡਿਆਈ ਬਸ, ਬਾਕੀ ਧਾਰਮਿਕ ਕਰਮਾਂ ਦੀ ਨਹੀਂ ਹੈਗੀ। ਇਸ ਲਈ ਇਸ ਯੁੱਗ ਦਾ ਧਰਮ ਹੈ ਸਿਮਰਨ। ਕਹਿੰਦੇ ਇਹ ਤੁਸੀਂ ਪੜ੍ਹੋ, ਇਹ ਤੁਸੀਂ ਕਰੋ। ਪੂਰੇ ਗੁਰ ਸਭ ਸੋਝੀ ਪਾਈ। ਪੂਰੇ ਗੁਰੂ ਰਾਹੀਂ ਫਿਰ ਹਰ ਪ੍ਰਕਾਰ ਦੀ ਮਨੁੱਖ ਨੂੰ ਸੋਝੀ ਹੋ ਜਾਂਦੀ ਹੈ। ਜਦੋਂ ਸੋਝੀ ਹੁੰਦੀ ਹੈ ਤਾਂ ਪਤਾ ਲੱਗਦਾ ਬੰਦੇ ਨੂੰ ਕਿ ਇੱਥੇ ਅੱਗੇ ਹਰ ਨਾਮ ਸਿਖਾਈ। ਇੱਥੇ ਵੀ ਅਤੇ ਅੱਗੇ ਵੀ ਪਰਮਾਤਮਾ ਦਾ ਨਾਮ ਹੀ ਸਾਡਾ ਸਖਾ ਹੈ, ਸਾਡਾ ਮਿੱਤਰ ਹੈ। ਰਾਮ ਪੜ੍ਹੋ ਮਨ ਕਰੋ ਵਿਚਾਰ, ਗੁਰ ਪ੍ਰਸਾਦੀ ਮੈਲ ਉਤਾਰ। ਪਰਮਾਤਮਾ ਬਾਰੇ ਪੜ੍ਹੋ, ਰਾਮ ਪੜ੍ਹੋ, ਮਨ ਕਰੋ ਵਿਚਾਰ, ਅਤੇ ਮਨ ਨਾਲ ਵਿਚਾਰ ਕਰੋ। ਨਿਰਾ ਪੜ੍ਹਨੇ ਨਹੀਂ, ਉਹਨੂੰ ਵਿਚਾਰਨਾ ਵੀ ਹੈ। ਜੋ ਪੜ੍ਹਿਆ ਉਹਨੂੰ ਵਿਚਾਰਨਾ ਹੈ ਵੀ ਕੀ ਪੜ੍ਹਿਆ। ਜਿਨ੍ਹਾਂ 'ਚ ਅਸੀਂ ਵਿਚਾਰ ਹੀ ਨਹੀਂ ਕਰਾਂਗੇ ਤਾਂ ਜੋ ਪੜ੍ਹਿਆ ਉਹ ਤਾਂ ਸਾਡੇ ਮਨ 'ਚ ਟਿਕੇਗਾ ਹੀ ਨਹੀਂ, ਉਹ ਤਾਂ ਟਿਕੇਗਾ ਨਹੀਂ। ਇਸ ਲਈ ਗੁਰੂ ਮਹਾਰਾਜ ਕਹਿੰਦੇ ਰਾਮ ਪੜ੍ਹੋ ਮਨ ਕਰੋ ਵਿਚਾਰ। ਪਰਮਾਤਮਾ ਬਾਰੇ ਪੜ੍ਹੋ, ਮਨ 'ਚ ਪਰਮਾਤਮਾ ਦੀ ਵਿਚਾਰ ਕਰੋ। ਫਿਰ ਕੀ ਹੋਏਗਾ? ਗੁਰ ਪ੍ਰਸਾਦੀ ਮੈਲ ਉਤਾਰ। ਗੁਰੂ ਦੀ ਕਿਰਪਾ ਨਾਲ ਆਪਣੇ ਮਨ ਦੀ ਮੈਲ ਸਾਰੀ ਲਾ ਲੈ। ਕਿਉਂ? ਫਿਰ ਜਦੋਂ ਆਪਾਂ ਅਸੀਂ ਪਰਮਾਤਮਾ ਬਾਰੇ ਪੜ੍ਹਾਂਗੇ, ਉਹਦੇ ਨਾਮ ਦੀ ਵਿਚਾਰ ਕਰਾਂਗੇ, ਭਾਵ ਸਿਮਰਨ ਕਰਾਂਗੇ, ਫਿਰ ਗੁਰੂ ਦੀ ਕਿਰਪਾ ਹੋ ਜਾਏਗੀ। ਫਿਰ ਸਭ ਮਨ ਦੀ ਮੈਲ ਸਾਰੀ ਉਤਰ ਜਾਏਗੀ। ਰਾਮ ਪੜ੍ਹੋ ਮਨ ਕਰੋ ਵਿਚਾਰ, 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 ਗੁਰ ਪ੍ਰਸਾਦੀ ਮੈਲ ਉਤਾਰ,
ਗੁਰ ਪ੍ਰਸਾਦੀ ਮੈਲ ਉਤਾਰ। ਗੁਰ ਪ੍ਰਸਾਦੀ ਮੈਲ ਉਤਾਰ। ਗੁਰ ਪ੍ਰਸਾਦੀ ਮੈਲ ਉਤਾਰ। ਵਾਦ ਵਿਰੋਧ ਨਾ ਪਾਇਆ ਜਾਏ, ਮਨ ਤਨ ਫੀਕਾ ਦੂਜੈ ਭਾਏ। ਗੁਰ ਕੈ ਸ਼ਬਦ ਸੱਚ ਲਿਵ ਲਾਏ। ਵਾਦ ਵਿਵਾਦ ਕਰਨਾ। ਪੁਰਾਣੇ ਜ਼ਮਾਨੇ 'ਚ ਜਿਹੜੇ ਵਿਦਵਾਨ ਲੋਕ ਸਨ, ਇਹ ਵਾਦ ਵਿਵਾਦ ਕਰਿਆ ਕਰਦੇ ਸਨ, ਧਰਮ 'ਤੇ ਬਹਿਸਾਂ ਕਰਿਆ ਕਰਦੇ ਸਨ। ਇਸ ਤਰ੍ਹਾਂ ਫਿਰ ਇੱਕ ਦੂਜੇ ਦਾ ਵਿਰੋਧ ਕਰਦੇ ਸਨ। ਕਹਿੰਦੇ ਇਸ ਤਰ੍ਹਾਂ ਪਰਮਾਤਮਾ ਨਹੀਂ ਮਿਲਦਾ। ਵਾਦ ਵਿਰੋਧ ਨਾ ਪਾਇਆ ਜਾਏ। ਕਹਿੰਦਾ ਵਾਦ ਵਿਵਾਦ ਨਾਲ, ਵਿਰੋਧ ਕਰਨ ਨਾਲ ਰੱਬ ਨਹੀਂ ਮਿਲਦਾ। ਸਗੋਂ ਮਨ ਤਨ ਫੀਕਾ ਦੂਜੈ ਪਾਏ। ਦੂਜੈ ਪਾਏ, ਰੱਬ ਨੂੰ ਛੱਡ ਕੇ ਹੋਰ ਕਿਸੇ ਨੂੰ ਪਿਆਰ ਕਰਨ ਦੇ ਨਾਲ ਤਨ ਅਤੇ ਮਨ ਫਿੱਕਾ ਹੋ ਜਾਂਦਾ ਹੈ। ਇਹਦੇ ਅੰਦਰ ਮਿਠਾਸ ਖਤਮ ਹੋ ਜਾਂਦੀ ਹੈ। ਇਹਦੇ ਅੰਦਰ ਮਿੱਠਾਪਨ, ਨਿਮਰਤਾ ਵਾਲੀ ਗੱਲ ਖਤਮ ਹੋ ਜਾਂਦੀ ਹੈ। ਗੁਰ ਕੈ ਸ਼ਬਦ ਸੱਚ ਲਿਵ ਲਾਏ। ਪਰ ਜਿਹੜਾ ਗੁਰੂ ਦੇ ਸ਼ਬਦ 'ਤੇ ਚੱਲਦਾ ਹੈ, ਗੁਰੂ ਦੇ ਉਪਦੇਸ਼ 'ਤੇ ਚੱਲਦਾ ਹੈ, ਉਹ ਪਰਮਾਤਮਾ ਨਾਲ ਲਿਵ ਲਾ ਲੈਂਦਾ ਹੈ। ਸੱਚ ਲਿਵ ਲਾਏ, ਉਹ ਪਰਮਾਤਮਾ ਦੇ ਨਾਲ ਲਿਵ ਲਾ ਲੈਂਦਾ ਹੈ। ਹਉਮੈ ਮੈਲਾ ਇਹ ਸੰਸਾਰਾ, ਨਿਤ ਤੀਰਥ ਨਹਾਵੈ ਨਾ ਜਾਏ ਅਹੰਕਾਰਾ। ਬਿਨ ਗੁਰ ਭੇਟੇ ਜਮ ਕਰੇ ਖੁਆਰਾ। ਹਉਮੈ ਮੈਲਾ ਇਹ ਸੰਸਾਰ। ਸੰਸਾਰ ਨੂੰ ਹਉਮੈ ਦੀ ਮੈਲ ਲੱਗੀ ਹੋਈ ਹੈ, ਕਿਉਂਕਿ ਗੁਰਮੁਖ ਤੋਂ ਬਿਨਾਂ ਤੇ ਹੰਕਾਰ ਛੱਡ ਹੀ ਨਹੀਂ ਹੁੰਦਾ ਹੈ। ਇਸ ਲਈ ਸੰਸਾਰ 'ਚ ਗੁਰਮੁਖ ਥੋੜ੍ਹੇ ਨੇ, ਗੁਰੂ ਵਾਲੇ ਤੇ ਬਥੇਰੇ ਨੇ, ਪਰ ਗੁਰੂ ਦੇ ਆਖੇ ਲੱਗਣ ਵਾਲੇ ਥੋੜ੍ਹੇ ਨੇ। ਜਿਹੜਾ ਗੁਰੂ ਦੇ ਆਖੇ ਲੱਗਦਾ ਉਹਨੂੰ ਗੁਰਮੁਖ ਕਿਹਾ ਜਾਂਦਾ ਹੈ। ਜਿਹੜਾ ਗੁਰੂ ਧਾਰਨ ਕਰਨ ਵਾਲੇ ਨੂੰ ਗੁਰਮੁਖ ਨਹੀਂ ਕਿਹਾ ਜਾਂਦਾ। ਜਿਹੜਾ ਗੁਰੂ ਦੇ ਆਖੇ ਲੱਗਦਾ ਉਹਨੂੰ ਗੁਰਮੁਖ ਕਹਿੰਦੇ ਨੇ। ਜਿਹੜਾ ਮਨ ਦੇ ਆਖੇ ਲੱਗਦਾ ਉਹਨੂੰ ਮਨਮੁਖ ਕਹਿੰਦੇ ਨੇ। ਇਸ ਲਈ ਕਹਿੰਦੇ ਹਉਮੈ ਮੈਲਾ ਇਹ ਸੰਸਾਰ। ਇਹ ਸੰਸਾਰ ਨੂੰ ਹਉਮੈ ਦੀ ਮੈਲ ਲੱਗੀ ਹੋਈ ਹੈ। ਨਿਤ ਤੀਰਥ ਨਹਾਵੈ ਨਾ ਜਾਏ ਅਹੰਕਾਰ। ਰੋਜ਼ ਤੀਰਥਾਂ 'ਤੇ ਜਾ ਕੇ ਨਹਾਉਂਦਾ, ਪਰ ਹੰਕਾਰ ਨਹੀਂ ਖਤਮ ਹੁੰਦਾ। ਹੰਕਾਰ ਨਹੀਂ ਖਤਮ ਹੁੰਦਾ। ਹੁਣ ਬਿਨ ਗੁਰ ਭੇਟੇ, ਹੁਣ ਗੁਰੂ ਵਾਲਾ ਹੈ ਨਹੀਂ, ਇਸ ਲਈ ਜਮ ਕਰੇ ਖੁਆਰ। ਜਮ ਖੁਆਰ ਕਰਦਾ ਹੈ, ਦੁਖੀ ਕਰਦਾ। ਸੋ ਅੰਦਰ ਹਉਮੈ ਹੈ, ਅੰਦਰ ਮੈਲਾ ਹੈ। ਮਨੁੱਖ ਤੀਰਥਾਂ 'ਤੇ ਜਾ ਕੇ ਨਹਾਉਂਦਾ, ਸ਼ਾਇਦ ਮੇਰਾ ਮਨ ਸਾਫ਼ ਹੋ ਜਾਏ। ਗੁਰਬਾਣੀ ਕਹਿੰਦੀ ਇਸ ਤਰ੍ਹਾਂ ਨਹੀਂ ਹੁੰਦਾ। ਇਸ ਤਰ੍ਹਾਂ ਹੰਕਾਰ ਨਹੀਂ ਖਤਮ ਹੁੰਦਾ। ਸਰੋਵਰਾਂ 'ਤੇ ਨਹਾਉਣ ਨਾਲ, ਤੀਰਥ ਸਥਾਨਾਂ 'ਤੇ ਨਹਾਉਣ ਨਾਲ ਹੰਕਾਰ ਨਹੀਂ ਖਤਮ ਹੁੰਦਾ। ਬਿਨ ਗੁਰ ਭੇਟੇ ਜਮ ਕਰੇ ਖੁਆਰ। ਗੁਰੂ ਨੂੰ ਮਨੁੱਖ ਮਿਲਦਾ ਨਹੀਂ ਹੈ, ਗੁਰੂ ਵਾਲਾ ਬਣਦਾ ਨਹੀਂ, ਗੁਰੂ ਦੇ ਆਖੇ ਲੱਗਦਾ ਨਹੀਂ ਹੈ। ਇਸ ਲਈ ਯਮ ਦੂਸਰੇ ਨੂੰ ਖੁਆਰ ਕਰਦੇ ਹਨ, ਸਜ਼ਾ ਦਿੰਦੇ ਨੇ। ਸੋ ਜਨ ਸੱਚ ਜੇ ਹਉਮੈ ਮਾਰੈ। ਅਸਲ ਤੇ ਉਹ ਸਚਿਆਰ ਹੈ ਜਿਹੜਾ ਆਪਣੇ ਅੰਦਰ ਹਉਮੈ ਖਤਮ ਕਰ ਲੈਂਦਾ ਹੈ। ਗੁਰ ਕੈ ਸ਼ਬਦ ਪੰਚ ਸੰਘਾਰੈ। ਪੰਚ ਮੈਨੇ ਪੰਜ, ਸੰਘਾਰ ਹਿੰਦੀ ਦਾ ਸ਼ਬਦ ਹੈ ਮਾਰਨਾ। ਗੁਰੂ ਦੇ ਸ਼ਬਦ ਰਾਹੀਂ, ਗੁਰਮੰਤਰ ਰਾਹੀਂ ਜਿਹੜਾ ਪੰਜਾਂ ਨੂੰ ਮਾਰ ਲੈਂਦਾ ਹੈ, ਉਹ ਜਨ ਸਾਚਾ ਹੈ। ਆਪ ਧਰੈ, ਇਹੋ ਜਿਹਾ ਬੰਦਾ ਆਪ ਵੀ ਧਰਦਾ, ਸਗਲੇ ਕੁਲ ਧਾਰੈ, ਆਪਣੇ ਸਾਰੇ ਕੁਲਾਂ ਨੂੰ ਉਤਾਰ ਲੈਂਦਾ। ਇਸ ਲਈ ਘਰ 'ਚ ਇੱਕ ਬੰਦਾ ਵੀ ਜੇ ਨਾਮ ਜਪਦਾ ਨਾ, ਤਾਂ ਵੀ ਵੱਡੇ ਭਾਗ ਉਸ ਪਰਿਵਾਰ ਦੇ। ਹੁਣ ਬਾਪ ਸਿਮਰਨ ਕਰਦਾ, ਪਾਠ ਕਰਦਾ ਹੈ, ਉਹ ਇਕੱਲੇ ਆਪਣੇ ਤਾਂ ਸੁੱਖ ਨਹੀਂ ਮੰਗੇਗਾ, ਪਰਿਵਾਰ ਦੇ ਮੰਗੇਗਾ ਨਾ।
ਆਪੇ ਪਰਿਵਾਰ ਦਾ ਭਲਾ ਹੋ ਗਿਆ। ਭਜਨ ਬੰਦਗੀ ਇੱਕ ਕਰ ਰਿਹਾ, ਭਲਾ ਸਾਰੇ ਪਰਿਵਾਰ ਦਾ ਹੋ ਰਿਹਾ ਹੈ। ਜਦੋਂ ਭਜਨ ਬੰਦਗੀ ਦੀ ਉੱਚੀ ਅਵਸਥਾ ਹੋ ਜਾਂਦੀ ਹੈ, ਫਿਰ ਕਈ ਕੁਲਾਂ ਤਰ ਜਾਂਦੀਆਂ ਨੇ। ਸਗਲੇ ਕੁਲ ਤਰ, ਆਪਣੇ ਸਾਰੀ ਕੁਲੇ ਤਰ ਦਿੰਦੇ। ਸੋ ਉਹ ਜਨ ਸਾਚਾ ਹੈ ਜਿਹੜਾ ਆਪਣੇ ਅੰਦਰੋਂ ਹਉਮੈ ਮਾਰ ਲੈਂਦਾ ਹੈ। ਉਹ ਜਨ ਸਾਚਾ ਹੈ ਜਿਹੜਾ ਗੁਰੂ ਦੇ ਸ਼ਬਦ ਰਾਹੀਂ ਪੰਜਾਂ ਬੁਰਾਈਆਂ ਨੂੰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਮਾਰ ਲੈਂਦਾ ਹੈ। ਇਹੋ ਜਿਹਾ ਇਨਸਾਨ ਜਿਹੜਾ ਆਪ ਤਰਦਾ, ਸਗਲੇ ਕੁਲ ਤਰ, ਸਾਰੇ ਕੁਲਾਂ ਨੂੰ ਤਰ ਦਿੰਦਾ ਹੈ। ਸੋ ਜਨ ਸਾਚਾ ਜੇ ਹਉਮੈ ਮਾਰੈ, ਸੋ ਜਨ ਸਾਚਾ ਜੇ ਹਉਮੈ ਮਾਰੈ, ਸੋ ਜਨ ਸਾਚਾ ਜੇ ਹਉਮੈ ਮਾਰੈ, ਸੋ ਜਨ ਸਾਚਾ ਜੇ ਹਉਮੈ ਮਾਰੈ। ਗੁਰ ਕੈ ਸ਼ਬਦ ਪੰਚ ਸੰਗਾਰੈ, ਗੁਰ ਕੈ ਸ਼ਬਦ ਪੰਚ ਸੰਗਾਰੈ, ਗੁਰ ਕੈ ਸ਼ਬਦ ਪੰਚ ਸੰਗਾਰੈ, ਗੁਰ ਕੈ ਸ਼ਬਦ ਪੰਚ ਸੰਗਾਰੈ। ਆਪ ਤਰੈ ਸਗਲੇ ਕੁਲ ਤਾਰੈ, ਆਪ ਤਰੈ ਸਗਲੇ ਕੁਲ ਤਾਰੈ, ਆਪ ਤਰੈ ਸਗਲੇ ਕੁਲ ਤਾਰੈ, ਆਪ ਤਰੈ ਸਗਲੇ ਕੁਲ ਤਾਰੈ। ਇਸ ਲਈ ਭਾਈ ਨਾਮ ਜਪਣਾ। ਨਾਮ ਜਪਣ ਨਾਲ ਇਹ ਪੰਜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਮਰ ਜਾਣਗੇ। ਅੰਦਰੋਂ ਹਉਮੈ ਮਰ ਜਾਏਗੀ। ਜਿਉਂ ਹੀ ਹਉਮੈ ਮਰਦੀ, ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ। ਬਸੁਰ ਕੀ ਮਾਇਆ ਮੋਹ ਨਟ ਬਾਜ਼ੀ ਭਾਈ, ਬਾਜ਼ੀ ਜੱਜੇ ਦੇ ਪੈਰ 'ਚ ਬਿੰਦੀ ਲੱਗ ਪੈਣ। ਬਾਜ਼ੀ ਤੋਂ ਬਣਿਆ ਬਾਜ਼ੀਗਰ। ਇਹ ਬਾਜ਼ੀਆਂ ਪਾਇਆ ਕਰਦੇ ਪਿੰਡਾਂ 'ਚ ਆ ਕੇ। ਕੋਈ ਰੱਸੀ 'ਤੇ ਤੁਰ ਰਿਹਾ ਹੈ, ਕੋਈ ਕੁਛ ਕਰ ਰਿਹਾ ਹੈ, ਕੋਈ ਛਾਲਾਂ ਮਾਰ ਰਿਹਾ ਹੈ। ਇਸ ਤਰ੍ਹਾਂ ਕਰ ਦਿੰਦੇ ਸਨ, ਬਾਜ਼ੀਆਂ ਪਾਉਂਦੇ ਸਨ। ਉਹਨੂੰ ਨਟ ਕਹਿੰਦੇ ਸਨ। ਮਨਮੁਖ ਅੰਧ ਰਹੇ ਲਪਟਾਈ, ਗੁਰਮੁਖ ਅਲਿਪਤ ਰਹੇ ਲਿਵਲਾਈ। ਇਹਨੂੰ ਅਲਪਤ ਨਹੀਂ ਪੜ੍ਹਨਾ, ਲਿਪਤ ਸ਼ਬਦ ਹੈ ਜਿਹੜਾ ਕਿਸੇ ਦੇ ਨਾਲ ਜੁੜਿਆ ਹੋਇਆ ਹੈ। ਆੜਾ ਅੱਗੇ ਲਾਤਾ, ਨੈਗੇਟਿਵ ਬਣਾਤਾ, ਅਪੋਜ਼ਿਟ ਵਰਡ ਬਣਾਤਾ। ਅਲਿਪਤ ਜੋ ਨਿਰਲੇਪ ਹੈ। ਮਾਇਆ ਮੋਹ ਨਟ ਬਾਜ਼ੀ ਪਾਈ। ਨਟ ਪਾਵੇ ਤੇ ਪਰਮਾਤਮਾ ਤੋਂ ਹੈ। ਪਰਮਾਤਮਾ ਨੇ ਇਸ ਮਾਇਆ ਮੋਹ ਦੀ ਬਾਜ਼ੀ ਸੰਸਾਰ 'ਚ ਪਾਈ ਹੋਈ ਹੈ। ਮਾਇਆ ਦਾ ਮੋਹ ਲੋਕਾਂ ਦੇ ਅੰਦਰ ਪੈਦਾ ਕੀਤਾ ਪਰਮਾਤਮਾ ਨੇ। ਮਨਮੁਖ ਜਿਹੜੇ ਨੇ, ਅੰਧ ਨੇ, ਅਗਿਆਨੀ ਨੇ, ਉਹ ਇਸ ਮਾਇਆ ਦੇ ਮੋਹ 'ਚ ਹੀ ਲੱਗੇ ਹੋਏ ਆ, ਲਿਪਟੇ ਹੋਏ ਨੇ। ਉਹ ਤਾਂ ਲਪਟੇ ਹੋਏ ਨੇ, ਇਹਦੇ ਨਾਲ ਜੁੜੇ ਹੋਏ ਹਨ। ਮਨਮੁਖ ਨੇ ਨਾ, ਨਾਮ ਨਾਲ ਨਹੀਂ ਜੁੜੇ, ਮਾਇਆ ਨਾਲ ਜੁੜੇ ਹੋਏ ਹਨ। ਗੁਰਮੁਖ ਅਲਿਪਤ, ਅਤੇ ਜਿਹੜਾ ਗੁਰਮੁਖ ਦਾ ਮਾਇਆ ਤੋਂ ਨਿਰਲੇਪ ਹੁੰਦਾ ਹੈ, ਰਹੇ ਲਿਵ ਲਾਈ। ਇਸ ਲਈ ਉਹਦੀ ਲਿਵ ਪਰਮਾਤਮਾ ਲੱਗੀ ਰਹਿੰਦੀ ਹੈ। ਸਾਡੀ ਕਿਉਂ ਨਹੀਂ ਲੱਗਦੀ ਲਿਵ? ਸਾਡਾ ਧਿਆਨ ਹੀ ਪਤਾ ਨਹੀਂ ਕਿੱਧਰ ਕਿੱਧਰ ਜਾਂਦਾ ਹੈ। ਸੰਸਾਰਕ ਮੋਹ ਹੈ ਸਾਡੇ ਅੰਦਰ, ਪਰਿਵਾਰਕ ਮੋਹ ਹੈ। ਉਹ ਪਰਿਵਾਰ ਦੀਆਂ ਗੱਲਾਂ ਯਾਦ ਆਉਂਦੀਆਂ ਰਹਿੰਦੀਆਂ ਨੇ। ਇਸ ਲਈ ਬਿਰਤੀ ਜੁੜਦੀ ਨਹੀਂ ਬੰਦੇ ਦੀ। ਗੁਰਮੁਖ ਬਣੇ ਅਤੇ ਤਾਂ ਨਿਰਲੇਪ ਹੋਵੇ, ਅਤੇ ਤਾਂ ਜਾ ਕੇ ਲਿਵ ਲੱਗੇ। ਜਿਹੜਾ ਮਾਇਆ ਦਾ ਮੋਹ ਹੈ, ਇਹ ਪਰਮਾਤਮਾ ਨੇ ਸਾਡੇ ਅੰਦਰ ਪੈਦਾ ਕੀਤਾ। ਵੀ ਦੇਖਦਿਆਂ ਮਾਇਆ ਦੇ ਮੋਹ 'ਚ ਰਹਿ ਕੇ ਮੈਨੂੰ ਵੀ ਕੋਈ ਪ੍ਰਾਪਤ ਕਰਦਾ। ਵੀ ਜੇ ਤਾਂ ਕਰ ਗਿਆ ਪ੍ਰਾਪਤ, ਵੀ ਬੱਲੇ ਬੱਲੇ। ਵੀ ਕਿ ਇੰਨਾ ਕੁਛ ਪਰਮਾਤਮਾ ਨੇ ਸਾਡੇ ਦੁਆਲੇ ਖਿਲਾਰ ਦਿੱਤਾ ਹੈ। ਬਈ ਦੇਖਦੇ ਹਾਂ
ਇਹ ਸਾਰੀਆਂ ਚੀਜ਼ਾਂ ਦੇ ਮੋਹ ਚੋਂ ਨਿਕਲ ਕੇ ਮੈਨੂੰ ਯਾਦ ਕਰਦਾ। ਇਸ ਲਈ ਗੁਰੂ ਮਹਾਰਾਜ ਕਹੇ ਮਾਇਆ ਮੋਹ ਨਟ ਬਾਜ਼ੀ ਪਾਈ। ਇਹ ਮਾਇਆ ਮੋਹ ਦੀ ਜਿਹੜੀ ਬਾਜ਼ੀ ਹੈ, ਇਹ ਨਟ ਪਰਮਾਤਮਾ ਨੇ ਪਾਈ ਹੋਈ ਹੈ। ਜਿਹੜੇ ਮਨਮੁਖ ਨੇ, ਮਨ ਮਰਜ਼ੀ ਕਰਨ ਵਾਲੇ ਹਨ, ਉਹ ਅਗਿਆਨੀ ਹਨ, ਉਹ ਇਸ ਮੋਹ ਮਾਇਆ 'ਚ ਲਿਪਟੇ ਹੋਏ ਹਨ। ਜਿਹੜੇ ਗੁਰਮੁਖ ਹੁੰਦੇ ਨੇ ਉਹ ਨਿਰਲੇਪ ਰਹਿੰਦੇ ਨੇ, ਅਲਿਪਤ, ਉਹ ਨਿਰਲੇਪ ਰਹਿੰਦੇ ਨੇ। ਇਸ ਲਈ ਉਹਨਾਂ ਦੀ ਲਿਵ ਪਰਮਾਤਮਾ ਨਾਲ ਲੱਗ ਜਾਂਦੀ ਹੈ। ਬਹੁਤੇ ਭੇਖ ਕਰੈ ਭੇਖ ਧਾਰੀ, ਅੰਤਰ ਤਿਸਨਾ ਫਿਰੈ ਅਹੰਕਾਰੀ, ਆਪ ਨਾ ਚੀਨੈ ਬਾਜ਼ੀ ਹਾਰੀ। ਜਿਹੜਾ ਭੇਖ ਧਾਰੀ ਹੈ, ਧਾਰਮਿਕ ਲੋਕ ਇੱਕ ਵਿਸ਼ੇਸ਼ ਪ੍ਰਕਾਰ ਦਾ ਪਹਿਰਾਵਾ ਪਾਉਂਦੇ ਨੇ, ਉਹਨੂੰ ਕਹਿੰਦੇ ਨੇ ਭੇਖ। ਉਹਨੂੰ ਭੇਖ, ਕਿਸੇ ਨੇ ਚਿੱਟਾ ਚੋਲਾ ਪਾਇਆ ਹੋਇਆ, ਚਿੱਟੀ ਪੱਗ ਬੰਨੀ ਹੋਈ ਹੈ, ਕਿਸੇ ਨੇ ਜੋਗੀ ਰੰਗ ਦੇ ਕੱਪੜੇ ਪਾਏ ਹੋਏ ਹਨ, ਕਿਸੇ ਨੇ ਕਿਸੇ ਪ੍ਰਕਾਰ ਦੇ ਭੇਖ ਹੈ। ਜਿਹੜਾ ਭੇਖ ਧਾਰੀ ਕਹਿੰਦੇ ਕਈ ਪ੍ਰਕਾਰ ਦੇ ਭੇਖ ਕਰਦਾ ਹੈ। ਕਿਉਂ? ਅੰਦਰ ਤੇ ਤ੍ਰਿਸ਼ਨਾਵਾਂ ਨੇ, ਬਾਹਰੋਂ ਇਸ ਤਰ੍ਹਾਂ ਸ਼ੋਅ ਕਰੇ ਮੈਂ ਧਾਰਮਿਕ ਬੰਦਾ। ਪਹਿਰਾਵੇ ਤੋਂ ਇਸ ਤਰ੍ਹਾਂ ਅੰਦਾਜ਼ਾ ਲੋਕਾਂ ਨੂੰ ਲੱਗ ਰਿਹਾ ਵੀ ਬੜਾ ਧਾਰਮਿਕ ਬੰਦਾ ਹੈ। ਕਿਉਂਕਿ ਧਰਮ ਦੇ ਨਾਮ 'ਤੇ ਲੋਕਾਂ ਨੂੰ ਲੁੱਟਣਾ, ਲੋਕਾਂ ਦੇ ਸਿਰ 'ਤੇ ਖਾਣਾ, ਲੋਕਾਂ ਦੇ ਸਿਰ 'ਤੇ ਐਸ਼ ਕਰਨਾ ਬੜਾ ਸੌਖਾ ਹੈ, ਬੜਾ ਸੌਖਾ ਹੈ। ਧਰਮ ਦੇ ਨਾਂ 'ਤੇ ਐਸ਼ ਕਰਨਾ ਬੜਾ ਆਸਾਨ ਹੈ। ਧਾਰਮਿਕ ਕੱਪੜੇ ਪਾ ਲਓ। 1971 ਦੀ ਗੱਲ ਹੈ, ਮੈਂ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਰਿਹਾ। ਇੱਕ ਬੱਚਾ ਕਹਿੰਦਾ ਸਰ ਜੀ ਕੀ ਨੌਕਰੀ ਕਰਦੇ, ਇੱਥੇ ਮੱਥਾ ਜਿਹਾ ਮਾਰੀ ਜਾਂਦੇ ਹੋ। ਤੁਹਾਨੂੰ ਲੈਕਚਰ ਕਰਨਾ ਆਉਂਦਾ, ਤੁਹਾਨੂੰ ਬਾਣੀ ਆਉਂਦੀ ਹੈ। ਕਹਿੰਦੇ ਤੁਸੀਂ 2-4 ਸੁਰਾਂ ਸਿੱਖ ਲਓ, ਤੁਸੀਂ 2-4 ਧਾਰਨਾ ਸਿੱਖ ਲਓ, ਠੀਕ ਹੈ। ਇੱਕ ਕਹਿੰਦਾ ਮੈਂ ਚਮਟਾ ਸਿੱਖ ਲੈਣਾ, ਇੱਕ ਕਹਿੰਦਾ ਮੈਂ ਛੇਣੇ ਵਜਾਉਣੇ ਸਿੱਖ ਲੈਣਾ, ਇੱਕ ਕਹਿੰਦਾ ਮੈਂ ਢੋਲਕੀ ਵਜਾਉਣੀ ਸਿੱਖ ਲੈਣਾ ਜੀ। 4 ਸਾਨੂੰ ਪੜ੍ਹ ਗਏ। ਕਹਿੰਦਾ ਅਸੀਂ ਫਿਰ ਕੀ ਕਰਾਂਗੇ? ਜਿਹੜਾ ਜਲੰਧਰ ਸਾਡੇ ਰਿਸ਼ਤੇਦਾਰਾਂ ਨੂੰ ਕਹਾਂਗੇ ਵੀ ਤੁਸੀਂ ਜਿਹੜਾ ਹੈ ਆਪਣੇ ਘਰ ਅਖੰਡ ਪਾਠ ਕਰੋ, ਅਤੇ ਲੋਕਾਂ ਨੂੰ ਸੱਦੋ ਵੀ ਲੁਧਿਆਣੇ ਦੇ ਜੈਮਲ ਸਿੰਘ ਭਿੰਡਰ ਜਿਹੜੇ ਨੇ ਸੰਤ, ਉਹ ਆ ਰਹੇ ਨੇ ਜੀ, ਉਹ ਕਥਾ ਵਾਰਤਾ ਕਰਨ। ਫਿਰ ਕਦੇ ਕਹਿੰਦਾ ਸਾਡੇ ਲੁਧਿਆਣੇ ਰਿਸ਼ਤੇਦਾਰ ਨੇ ਜੀ, ਫਿਰ ਉਹਨਾਂ ਨੂੰ ਕਹਾਂਗੇ। ਐਂ ਕਹਿੰਦਾ ਪਰ 6 ਮਹੀਨੇ 'ਚ ਠੱਕ ਠਕਈਆ ਚੱਲ ਪੈਣਾ, ਬਸ ਲੋੜ ਕੋਈ ਨਹੀਂ, ਮੌਜ ਕਰਾਂਗੇ। ਚਲੋ ਉਦੋਂ ਮੈਂ ਹੱਸ ਹੁੱਸ ਕੇ ਟਾਲਤਾ। ਬਾਅਦ 'ਚ ਮੈਂ ਬਹਿ ਕੇ ਵਿਚਾਰ ਕੀਤੀ ਵੀ ਹਾਂ, ਸਮਾਂ ਪਾ ਕੇ ਜਦੋਂ ਮੈਂ ਦੇਖਿਆ ਵੀ ਹਾਂ ਇਹ ਖਾਣ ਪੀਣ ਦਾ ਵਧੀਆ ਢੰਗ ਹੈ, ਬੜਾ ਸੌਖਾ ਢੰਗ ਹੈ, ਸੌਖਾ ਢੰਗ। ਕਿਉਂਕਿ ਤਾਂ ਪਹਿਰਾਵੇ ਕਾਰਨ ਲੋਕ ਧੋਖੇ 'ਚ ਆ ਜਾਂਦੇ ਹਨ। ਸਾਰੀ ਦੁਨੀਆ ਧਾਰਮਿਕ ਨਹੀਂ ਹੁੰਦੀ। ਧਾਰਮਿਕ ਤਾਂ ਵੈਸੇ ਹੀ ਬਹੁਤ ਘੱਟ ਹੁੰਦੇ ਨੇ, ਧਰਮ ਦਾ ਪ੍ਰਚਾਰ ਕਰਨ ਵਾਲੇ ਤਾਂ ਬੜੇ ਨੇ, ਧਾਰਮਿਕ ਪਹਿਰਾਵਾ ਪਾਉਣ ਵਾਲੇ ਤਾਂ ਬੜੇ ਨੇ। ਉਹਨਾਂ ਨੂੰ ਸੱਚੋ ਸੱਚ ਪੁੱਛੋ ਵੀ ਜਿਹੜਾ ਤੁਸੀਂ ਫੌਰਨ ਚੱਲੇ ਹੋ, ਸੱਚੋ ਸੱਚ ਦੱਸੋ ਕਾਹਦੇ ਲਈ ਚੱਲੇ ਹੋ? ਕਦੇ ਬਾਬਾ ਜੀ ਮਾਇਆ ਲਈ ਚੱਲੇ। ਤਾਂ ਫਿਰ ਇਹ ਤਾਂ ਅੰਦਰ ਧਰਮ ਤੇ ਨਾ ਹੋਇਆ, ਅੰਦਰ ਤਾਂ ਮਾਇਆ ਗੇੜੇ ਲਾ ਰਹੀ ਹੈ। ਇਸ ਲਈ ਕਹਿੰਦੇ ਬਹੁਤੇ ਭੇਖ ਕਰੇ ਭੇਖ ਧਾਰੀ, ਭੇਖ ਧਾਰੀ ਬਹੁਤੇ ਭੇਖ ਕਰਦੇ। ਅੰਤਰ ਤ੍ਰਿਸ਼ਨਾ ਫਿਰੈ ਅਹੰਕਾਰੀ, ਅੰਦਰ ਤ੍ਰਿਸ਼ਨਾ ਹੈ, ਹੰਕਾਰ 'ਚ ਫਿਰਦਾ ਕਿ ਹਾਂ ਮੈਂ ਤਾਂ ਸਾਧੂ ਹਾਂ, ਸਾਧੂ ਵਾਲੇ ਕੱਪੜੇ ਪਾਏ ਹੋਏ ਹਨ। ਅੰਦਰ ਹੰਕਾਰ ਹੈ, ਅੰਦਰ ਤ੍ਰਿਸ਼ਨਾ ਹੈ। ਆਪ ਰਚੀਨੇ, ਆਪਣੇ ਆਪ ਦੀ ਸੋਝੀ ਨਹੀਂ, ਆਪਣੇ ਆਪ ਦੀ ਸੋਝੀ ਨਹੀਂ ਹੈਗੀ। ਬਾਜ਼ੀ ਹਾਰੀ, ਇਸ ਲਈ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਕੇ ਸੰਸਾਰ ਤੋਂ ਚਲੇ ਜਾਂਦਾ ਹੈ। ਕਾਪੜ ਪਹਿਰ ਕਰੇ ਚਤੁਰਾਈ, ਧਾਰਮਿਕ ਕੱਪੜੇ ਪਾ ਕੇ ਬੜੀ ਚੁਸਤੀਆਂ ਚਲਾਕੀਆਂ ਕਰਦਾ ਹੈ। ਮਾਇਆ ਮੋਹ ਅਤ ਭਰਮ ਭੁਲਾਈ, ਮਾਇਆ ਦੇ ਅਥੀ ਮੋਹ ਵਿੱਚ ਹੈ, ਇਸ ਲਈ ਭਰਮ 'ਚ ਭੁੱਲਿਆ ਹੋਇਆ ਹੈ। ਬਿਨ ਗੁਰ ਸੇਵੇ ਬਹੁਤ ਦੁੱਖ ਪਾਈ,
ਗੁਰੂ ਦੀ ਸੇਵਾ ਨਹੀਂ ਕਰਦਾ, ਗੁਰੂ ਦੇ ਆਖੇ ਨਹੀਂ ਲੱਗਦਾ, ਇਸ ਲਈ ਬਹੁਤ ਦੁੱਖ ਪਾਉਂਦਾ ਹੈ। ਇਸ ਲਈ ਕਿ ਨਿਰੇ ਧਾਰਮਿਕ ਕੱਪੜੇ ਪਾਉਣ ਨਾਲ ਗੱਲ ਨਹੀਂ ਬਣਦੀ। ਇਹ ਜਿਹੜੇ ਧਾਰਮਿਕ ਕੱਪੜੇ ਸਿਰ ਪਾਏ ਹੁੰਦੇ ਬੜੇ ਚੁਸਤ ਚਲਾਕ ਲੋਕ ਹੁੰਦੇ ਨੇ। ਅੰਦਰ ਮਾਇਆ ਦਾ ਮੋਹ ਹੈ, ਅੰਦਰ ਭਰਮ ਹੈ, ਇਸ ਕਰਕੇ ਪਰਮਾਤਮਾ ਨੂੰ ਭੁੱਲਿਆ ਹੋਇਆ ਹੈ। ਗੁਰੂ ਦੀ ਸੇਵਾ ਕੀਤੇ ਬਿਨਾਂ, ਗੁਰੂ ਦੇ ਆਖੇ ਬਿਨਾਂ ਲੱਗੇ ਬਿਨਾਂ ਬਹੁਤ ਦੁੱਖ ਪਾਈ, ਫਿਰ ਦੁੱਖ ਪਾਉਣਾ ਪੈਂਦਾ ਹੈ। ਨਾਮ ਰਤੇ ਸਦਾ ਬੈਰਾਗੀ, ਜਿਹੜੇ ਨਾਮ 'ਚ ਰੰਗੇ ਹੋਏ ਹਨ ਉਹ ਤਾਂ ਸਦਾ ਹੀ ਬੈਰਾਗੀ ਰਹਿੰਦੇ। ਬੈ ਮੈਨੇ ਬਿਨਾਂ, ਰਾਗ ਹੁੰਦਾ ਮੋਹ। ਬੈਰਾਗੀ ਜਿਹੜੇ ਮੋਹ ਤੋਂ ਬਿਨਾਂ ਹਨ, ਮੋਹ ਤੋਂ ਉੱਪਰ ਹਨ। ਜਿਹੜੇ ਨਾਮ 'ਚ ਰੰਗੇ ਹੁੰਦੇ ਨੇ ਉਹ ਤਾਂ ਬੈਰਾਗੀ ਹੁੰਦੇ ਨੇ, ਉਹਨਾਂ ਦੇ ਅੰਦਰ ਮੋਹ ਹੁੰਦਾ ਹੀ ਨਹੀਂ ਹੈ। ਮਾਇਆ ਦਾ ਮੋਹ ਨਹੀਂ ਹੈ, ਪਰਿਵਾਰ ਦਾ ਕੋਈ ਮੋਹ ਨਹੀਂ ਉਹਨਾਂ ਦੇ ਅੰਦਰ ਹੁੰਦਾ। ਗ੍ਰਹੀ ਅੰਤਰ ਸਾਚ ਲਿਵ ਲਾਗੀ, ਉਹ ਤਾਂ ਗ੍ਰਹੀ ਹੁੰਦੇ ਨੇ, ਤੇ ਗ੍ਰਸਥੀ ਹੁੰਦੇ ਨੇ। ਉਹਨਾਂ ਦੇ ਅੰਦਰ ਪਰਮਾਤਮਾ ਦੀ ਲਿਵ ਲੱਗੀ ਰਹਿੰਦੀ ਹੈ, ਉਹਨਾਂ ਦੇ ਅੰਦਰ ਪਰਮਾਤਮਾ ਦੀ ਲਿਵ ਲੱਗੀ ਰਹਿੰਦੀ ਹੈ। ਹੁੰਦੇ ਗ੍ਰਸਥੀ ਨੇ, ਗ੍ਰਸਥੀ ਹੁੰਦਿਆਂ ਵੀ ਬੈਰਾਗੀ ਨੇ। ਇਹ ਨਹੀਂ ਕਿ ਘਰ ਬਾਰ ਛੱਡ ਕੇ ਜੋਗੀ ਰੰਗ ਦੇ ਕੱਪੜੇ ਪਾ ਲਏ, ਮੈਂ ਬੈਰਾਗੀ ਹਾਂ ਜੀ। ਮੋਹ ਤੇ ਅੰਦਰ ਹੀ ਹੈ। ਜਿਹਦੇ ਅੰਦਰ ਮੋਹ ਹੈ ਉਹ ਬੈਰਾਗੀ ਕਹਿਲਾ ਹੀ ਨਹੀਂ ਸਕਦਾ। ਕੱਪੜੇ ਭਾਵੇਂ ਬੈਰਾਗੀਆਂ ਵਾਲੇ ਪਾ ਲਏ। ਇਸ ਲਈ ਕਹਿੰਦੇ ਜਿਹੜੇ ਗ੍ਰਸਥੀ ਨੇ, ਜਿਹੜੇ ਨਾਮ 'ਚ ਰੰਗੇ ਹੋਏ ਹਨ, ਅਸਲ 'ਚ ਉਹ ਬੈਰਾਗੀ ਨੇ, ਉਹ ਗ੍ਰਹੀ ਨੇ, ਉਹ ਗ੍ਰਸਥੀ ਨੇ, ਪਰ ਅੰਦਰ ਉਹਨਾਂ ਦੇ ਪਰਮਾਤਮਾ ਦੀ ਲਿਵ ਲੱਗੀ ਹੋਈ ਹੈ। ਨਾਨਕ ਸਤਿਗੁਰ ਸੇਵੇਂ ਸੇ ਵਡ ਭਾਗੀ, ਉਹ ਗੁਰੂ ਦੀ ਸੇਵਾ ਕਰਦੇ ਨੇ, ਉਹ ਗੁਰੂ ਦੇ ਆਖੇ ਲੱਗਦੇ ਹਨ, ਇਸ ਲਈ ਵੱਡ ਭਾਗੀ, ਵੱਡੇ ਭਾਗਾਂ ਵਾਲੇ ਹਨ। ਗੁਰੂ ਦੇ ਆਖੇ ਲੱਗਦੇ ਨੇ। ਕੋਈ ਵੀ ਗੁਰਬਾਣੀ ਦੇ ਆਖੇ ਲੱਗ ਲਿਆ, ਅਸੀਂ ਕੱਲ੍ਹ ਤੋਂ ਵੱਡੇ ਭਾਗ ਵਾਲੇ ਹੋ ਜਾਵਾਂਗੇ, ਕੱਲ੍ਹ ਤੋਂ ਹੀ ਅਮੀਰ ਹੋਣੇ ਸ਼ੁਰੂ ਹੋ ਜਾਣਗੇ। ਗੁਰੂ ਦੇ ਆਖੇ ਲੱਗ ਜੇ। ਇੱਕ ਬੰਦਾ ਸ਼ਰਾਬ ਪੀਂਦਾ, ਲੈ ਅੱਜ ਸ਼ਰਾਬ ਪੀਣੀ ਬੰਦ ਕਰ ਦੇ, ਕੱਲ੍ਹ ਤੋਂ ਅਮੀਰ ਹੋਣਾ ਸ਼ੁਰੂ ਹੋ ਜਾਏਗਾ। ਜੇ 100 ਦੀ ਪੀਂਦਾ, 100 ਤਾਂ ਰੋਜ਼ ਲੱਗਿਆ ਬਚਨ, 100 ਤਾਂ ਲੱਗਿਆ ਬਚਨ, ਆਪੇ ਅਮੀਰ ਹੋ ਜਾਏਗਾ। ਫਿਰ 400 ਕਮਾਉਣਾ, ਵਿੱਚ 100 ਦੀ ਪੀ ਜਾਣੀ ਹੈ। ਅਤੇ ਕਈਆਂ ਦਾ ਪਰਿਵਾਰ ਹੈ ਹੀ ਕੋਈ ਨਹੀਂ, ਬਸ ਆਪਣੇ ਪੀਣ ਤੱਕ ਹੈ। ਚਾਹੇ ਘਰ ਦੇ ਭਾਂਡੇ ਵੇਚਣੇ ਪੈਣ, ਉਹਨਾਂ ਪੀਣੀ ਹੀ ਪੀਣੀ ਹੈ। ਅੰਦਰ ਸੋਝੀ ਹੀ ਨਹੀਂ ਰਹਿੰਦੀ ਕਿ ਮੇਰਾ ਪਰਿਵਾਰ ਹੈ, ਇਹ ਕੀ ਖਾਏਗਾ। ਬੱਚੇ ਨੂੰ ਮੈਂ ਪੜ੍ਹਾਉਣਾ ਵੀ ਹੈ, ਕਿਤਾਬਾਂ ਵੀ ਲੈ ਕੇ ਦੇਣੇ, ਫੀਸਾਂ ਵੀ ਲੈ ਕੇ ਦੇਣੇ, ਵਰਦੀਆਂ ਵੀ ਲੈ ਕੇ ਦੇਣੀਆਂ ਨੇ, ਸਾਰੀ ਸਹੂਲਤਾਂ ਦੇਣੀਆਂ ਨਾ। ਮੈਂ ਦੇਖਿਆ ਪੀਣ ਨਾਲ ਤਾਂ ਬਸ ਆਪਣੇ ਪੀਣ ਤੱਕ ਮਤਲਬ। ਜਹੰਨਮ 'ਚ ਜਾਓ ਪਰਿਵਾਰ, ਜਹੰਨਮ 'ਚ ਜਾਓ ਘਰ ਵਾਲੇ। ਪਰ ਮੈਂ ਦੇਖਿਆ ਇਹ ਵੈਸ਼ਨੂੰ ਨੂੰ ਜਿਹੜੀ ਘਰ ਵਾਲੀਆਂ ਮਾੜੀਆਂ ਟੱਕਰਦੀਆਂ ਨੇ, ਇਹ ਪੀਣ ਪੂਰੇ ਘਰ ਵਾਲੇ ਬੜੀ ਵਧੀਆ ਟੱਕਰਦੀਆਂ ਨੇ, ਛੱਡ ਕੇ ਨਹੀਂ ਜਾਂਦੀਆਂ। ਵੈਸ਼ਨੂੰ ਦਾ 15 ਦਿਨਾਂ ਬਾਅਦ ਛੱਡ ਕੇ ਚਲੇ ਜਾਂਦੀਆਂ ਕਿ ਪੀਣ ਵਾਲਾ ਕੁੜਦਾ ਮਾਰਦਾ ਵੀ ਹੈ, ਨਾਲ ਗਾਲਾਂ ਵੀ ਕੱਢਦਾ, ਨਾਲ 2-4 ਰਖੜੇ ਵੀ ਲਾ ਦਿੰਦਾ, ਟਿਕੀ ਰਹਿੰਦੀ ਹੈ। ਸਾਡੇ ਤੋਂ ਤਾਂ ਜੀ ਫਿਰ ਭੱਜ ਜਾਂਦੀ। ਮੈਂ ਦੇਖਿਆ, ਮੈਂ ਸਰਵੇ ਕੀਤੇ ਬੜੇ ਧਿਆਨ ਨਾਲ ਕਈ ਸਾਲਾਂ ਤੋਂ, ਪੀਣ ਵਾਲਿਆਂ ਦੇ ਘਰ ਵਾਲੇ ਬੜੀ ਵਧੀਆ ਹੁੰਦੀਆਂ, ਗਾਲਾਂ ਵੀ ਖਾਈਦੇ, ਕੁੱਟ ਵੀ ਖਾਈਦੇ, ਫਿਰ ਵਿਚਾਰੇ ਸਹੁਰੇ ਹੀ ਰਹਿੰਦੀਆਂ ਨੇ। ਆ ਵੈਸ਼ਨੂੰ ਦੇ ਘਰ ਵਾਲੇ ਵਿਚਾਰੇ ਕੁਛ ਨਹੀਂ ਕਹਿੰਦਾ ਹੈ, ਤੀਜੇ ਦਿਨ ਆਪਣੀ ਢਿੱਡ ਫੋੜੀ ਚੱਕ ਕੇ ਤੁਰ ਜਾਂਦੀਆਂ ਨੇ। ਹੁਣ ਮੈਂ ਇਹ ਤਾਂ ਨਹੀਂ ਕਹਿਣਾ ਚਾਹੁੰਦਾ ਕਿ ਤੁਸੀਂ ਪੀ ਕੇ ਇਹਨੂੰ ਕੁੱਟਿਆ ਕਰੋ, ਇਹ ਤਾਂ ਨਹੀਂ ਮੈਂ ਕਹਿਣਾ ਚਾਹੁੰਦਾ, ਅੰਦਾਜ਼ਾ ਆਪੇ ਲਾ ਲਿਓ। ਹਾਂਜੀ, ਕਿਉਂ ਨਹੀਂ ਤਾਂ ਮੇਰੇ ਦੁਆਲੇ ਹੋ ਜਾਣਗੀਆਂ। ਪਰ ਮੈਂ ਇਹ ਸੱਚ ਕਹਿ ਰਿਹਾ ਹਾਂ। ਸੋ ਗੁਰੂ ਮਹਾਰਾਜ ਕਹਿੰਦੇ, ਨਾਮ ਰਤੇ ਸਦਾ ਬੈਰਾਗੀ, ਨਾਮ ਰਤੇ ਸਦਾ ਬੈਰਾਗੀ, ਨਾਮ ਰਤੇ ਸਦਾ ਬੈਰਾਗੀ, ਨਾਮ ਰਤੇ ਸਦਾ ਬੈਰਾਗੀ। ਗ੍ਰਹੀ ਅੰਤਰ ਸਾਚ ਲਿਵ ਲਾਗੀ, ਗ੍ਰਹੀ ਅੰਤਰ ਸਾਚ ਲਿਵ ਲਾਗੀ, ਗ੍ਰਹੀ ਅੰਤਰ
ਨਾਨਕ ਸਤ ਗੁਰ ਸੇਵੈ ਸੇਵਡ ਭਾਗੀ। ਨਾਨਕ ਸਤ ਗੁਰ ਸੇਵੈ ਸੇਵਡ ਭਾਗੀ। ਸੋ ਜਿਹੜੇ ਗੁਰੂ ਦੀ ਸੇਵਾ ਕਰਦੇ ਨੇ, ਗੁਰੂ ਦੇ ਆਖੇ ਲੱਗਦੇ ਨੇ, ਵੱਡੇ ਪਾਗਲ ਹੋਏ ਨੇ। ਬਾਦ ਕਿਸਮਤ ਵੀ ਜੇ ਗੁਰੂ ਦੀ ਸੇਵਾ ਕਰਨ ਲੱਗ ਜਾਏ, ਇੱਕ ਦੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਵੱਡੇ ਪਾਗਲ ਹੋ ਜਾਂਦਾ। ਗੁਰੂ ਦੇ ਆਖੇ ਲੱਗਣ ਵਾਲਾ ਪਹਿਲਾਂ ਤਾਂ ਗਲਤ ਕੰਮ ਹੀ ਨਹੀਂ ਕਰੇਗਾ, ਫਜ਼ੂਲ ਖਰਚੀ ਨਹੀਂ ਕਰੇਗਾ, ਅਵਾਰਾ ਗਰਦੀ ਨਹੀਂ ਕਰੇਗਾ, ਉਹ ਆਪੇ ਹੀ ਵੱਡੇ ਭਾਗਾਂ ਵਾਲਾ ਹੈਗਾ, ਜਿਹੜੇ ਕਰਮ ਹੀ ਸਹੀ ਕਰਨੇ ਨੇ। ਉਹਨੂੰ ਗੁਰੂ ਦਾ ਹਮੇਸ਼ਾ ਡਰ ਰਹਿੰਦਾ ਹੈ, ਗੁਰੂ ਦੇ ਕੋਲ ਰਹਿੰਦਾ ਹੈ, ਗੁਰੂ ਦਾ ਡਰ ਰਹਿੰਦਾ ਹੈ। ਗੌੜੀ ਮਹਿਲਾ ਤੀਜਾ। ਬ੍ਰਹਮਾ ਮੂਲ ਵੇਦ ਅਭਿਆਸਾ, ਤਿਸ ਤੇ ਉਪਜੇ ਦੇਵ ਮੋਹ ਪਿਆਸਾ। ਬ੍ਰਹਮਾ ਨੂੰ ਵੇਦਾਂ ਦਾ ਮੂਲ ਗਿਣਿਆ ਗਿਆ, ਵੀ ਵੇਦ ਬ੍ਰਹਮਾ ਨੇ ਲਿਖੇ ਨੇ। ਬ੍ਰਹਮਾ ਵੇਦਾਂ ਦਾ ਅਭਿਆਸ ਕਰਦਾ ਹੈ। ਤਿਸ ਤੇ ਉਪਜੇ ਦੇਵ ਮੋਹ ਪਿਆਸਾ, ਉਸੇ ਤੋਂ ਜਿਹੜੇ ਦੇਵਤੇ ਨੇ ਇਹ ਪੈਦਾ ਹੋਏ ਨੇ, ਪਰ ਉਹਨਾਂ ਦੇ ਅੰਦਰ ਮੋਹ ਹੈ, ਉਹਨਾਂ ਦੇ ਅੰਦਰ ਤ੍ਰਿਸ਼ਨਾਵਾਂ ਹਨ। ਤ੍ਰੈ ਗੁਣ ਭਰਮੇ ਨਾਹੀ ਨਿਜ ਕਰ ਵਸ। ਉਹ ਮਾਇਆ ਦੇ ਤਿੰਨਾਂ ਗੁਣਾਂ 'ਚ ਹੀ ਭਟਕ ਰਹੇ ਹਨ, ਉਹਨਾਂ ਨੂੰ ਨਿਜ ਘਰ 'ਚ ਵਾਸ ਹੀ ਨਹੀਂ ਮਿਲਦਾ। ਨਿਜ ਘਰ ਦਾ ਪਰਮਾਤਮਾ ਦਾ ਘਰ, ਅਸਲ ਘਰ ਤਾਂ ਸਾਡਾ ਉਹ ਹੈ, ਨਿਜ ਹੁੰਦਾ ਆਪਣਾ। ਸਾਡਾ ਆਪਣਾ ਘਰ ਕਿਹੜਾ ਹੈ? ਪਰਮਾਤਮਾ ਦਾ ਘਰ ਸਾਡਾ ਆਪਣਾ ਘਰ ਹੈ। ਇਹ ਤਾਂ ਅਸੀਂ ਉਹਦਾ ਹੁਕਮ ਨਹੀਂ ਮੰਨਿਆ, ਉਹਨੇ ਸਾਨੂੰ ਆਪਣਾ ਘਰੋਂ ਕੱਢਤਾ। ਜਦੋਂ ਕਿਸੇ ਨੂੰ ਘਰੋਂ ਕੱਢ ਦਿੱਤਾ ਜੇ, ਉਹ ਹਮੇਸ਼ਾ ਦੁਖੀ ਹੁੰਦਾ ਹੈ, ਦੁਖੀ ਹੁੰਦਾ। ਸਾਡੇ ਦੁੱਖ ਦਾ ਕਾਰਨ ਹੀ ਆਹੀ ਹੈ, ਅਸੀਂ ਪਰਮਾਤਮਾ ਦਾ ਹੁਕਮ ਨਹੀਂ ਮੰਨਿਆ, ਉਹਨੇ ਸਾਨੂੰ ਆਪਣੇ ਘਰੋਂ ਕੱਢਤਾ ਹੈ। ਜਿਉਂ ਜਿਉਂ ਪਰਮਾਤਮਾ ਦੂਰ ਜਾਈ ਜਾਵੇ, ਤਿਉਂ ਤਿਉਂ ਦੁੱਖ ਵੱਧਦੇ ਜਾਣਗੇ। ਜਿਉਂ ਜਿਉਂ ਪਰਮਾਤਮਾ ਦੇ ਨੇੜੇ ਆਈ ਜਾਣਗੇ, ਸੁੱਖ ਵੱਧਦੇ ਜਾਣਗੇ। ਜਿਉਂ ਜਿਉਂ ਪਹਾੜ ਦੇ ਨੇੜੇ ਜਾਈਏ, ਠੰਡ ਵੱਧਦੀ ਜਾਂਦੀ ਹੈ। ਜਿਉਂ ਜਿਉਂ ਪਹਾੜ ਤੋਂ ਦੂਰ ਜਾਈਏ, ਗਰਮੀ ਵੱਧਦੀ ਜਾਂਦੀ ਹੈ। ਜਿੰਨਾ ਅਸੀਂ ਪਰਮਾਤਮਾ ਦੂਰ ਚਲੇ ਜਾਵਾਂਗੇ, ਪਰਮਾਤਮਾ ਨੂੰ ਭੁੱਲਦੇ ਜਾਵਾਂਗੇ, ਦੁੱਖ ਜ਼ਿੰਦਗੀ 'ਚ ਵੱਧਦੇ ਹੀ ਜਾਣਗੇ। ਬੰਦੇ ਨੂੰ ਸਮਝ ਹੀ ਨਹੀਂ ਆਉਂਦੀ, ਬੰਦੇ ਨੂੰ ਸਮਝ ਹੀ ਨਹੀਂ ਆਉਂਦੀ ਕਿ ਮੇਰੇ ਕੋਲ ਸਭ ਕੁਛ ਹੈ, ਮੈਂ ਫਿਰ ਵੀ ਕਿਉਂ ਦੁਖੀ ਹਾਂ। ਤੂੰ ਪਰਮਾਤਮਾ ਤੋਂ ਦੂਰ ਚਲਿਆ ਗਿਆ ਹੈ। ਤੂੰ ਕੋਈ ਸਾਤਸੰਗ ਨਹੀਂ ਕਰਦਾ, ਤੂੰ ਕੋਈ ਬਾਣੀ ਨਹੀਂ ਪੜ੍ਹਦਾ, ਤੂੰ ਕੋਈ ਨਾਮ ਨਹੀਂ ਜਪਦਾ, ਇਸ ਲਈ ਸਭ ਕੁਛ ਕੋਲ ਹੁੰਦਿਆਂ ਹੋਇਆਂ ਵੀ ਤੂੰ ਦੁਖੀ ਹੈ। ਇਸ ਕਰਕੇ ਇਹ ਜਿਹੜੇ ਦੇਵਤੇ ਪੈਦਾ ਹੋਏ ਬ੍ਰਹਮਾ ਤੋਂ ਅੱਗੇ, ਤ੍ਰੈ ਮਾਇਆ ਦੇ ਤਿੰਨ ਗੁਣ ਨੇ, ਰਜੋ ਸਤੋ ਤਮੋ। ਇਹ ਤਿੰਨਾਂ ਗੁਣਾਂ 'ਚ ਭਟਕ ਰਹੇ ਨੇ। ਇਹਨਾਂ ਨੂੰ ਪਰਮਾਤਮਾ ਦੇ ਘਰ 'ਚ ਵਾਸ ਹੀ ਨਹੀਂ ਮਿਲ ਰਿਹਾ ਹੈ। ਹਮ ਹਰ ਰਾਖੇ ਸਤ ਗੁਰੂ ਮਿਲਾਇਆ। ਕਹਿੰਦਾ ਪਰਮਾਤਮਾ ਨੇ ਕੀ ਕੀਤਾ? ਸਾਨੂੰ ਗੁਰੂ ਨਾਲ ਮਿਲਾਤਾ, ਇਸ ਲਈ ਸਾਡੀ ਰੱਖਿਆ ਕੀਤੀ। ਪਰਮਾਤਮਾ ਨੇ ਸਾਡੀ ਰੱਖਿਆ ਕੀਤੀ, ਸਾਨੂੰ ਗੁਰੂ ਨਾਲ ਮਿਲਾਤਾ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਅਸੀਂ ਆਪ ਗੁਰੂ ਨੂੰ ਨਹੀਂ ਮਿਲਦੇ। ਇਹ ਤਾਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਫਿਰ ਸਾਡੇ ਵਿਚਾਰ ਬਣ ਜਾਂਦੇ ਨੇ, ਚਲੋ ਭਾਈ ਗੁਰੂ ਵਾਲੇ ਬੜੀਏ। ਪਰਮਾਤਮਾ ਕਿਰਪਾ ਕਰਦਾ, ਪਰਮਾਤਮਾ ਨੇ ਜੀ ਕਿਰਪਾ ਕੀਤੀ। ਜਿੰਨੇ ਆਪਾਂ ਬੈਠੇ ਸਾਰੇ ਤੰਦਰੁਸਤ ਪਰਮਾਤਮਾ ਨੇ ਰੱਖੇ। ਫਿਰ ਘਰਾਂ ਦੇ ਕੰਮਾਂ ਤੋਂ ਵਿਹਲ ਦਿੱਤੀ, ਸਰੀਰ ਠੀਕ ਰੱਖਿਆ ਤਾਂ ਜੋ ਅਸੀਂ ਪੌੜੀਆਂ ਚੜ੍ਹ ਸਕੀਏ। ਉਹਦੀ ਕਿਰਪਾ ਹੈ, ਉਹਦੀ ਕਿਰਪਾ ਹੁੰਦੀ। ਅਸੀਂ ਕਹਿੰਦੇ ਹਮ ਹਰ ਰਾਖੇ ਸਤ ਗੁਰੂ ਮਿਲਾਇਆ। ਪਰਮਾਤਮਾ ਨੇ ਸਾਡਾ ਮੇਲ ਗੁਰੂ ਨਾਲ ਕਰਾ ਦਿੱਤਾ, ਇਸ ਤਰ੍ਹਾਂ ਸਾਡੀ ਰੱਖਿਆ ਕੀਤੀ। ਕਾਹਦੇ ਤੋਂ? ਇਹ ਮਾਇਆ ਦੇ ਤਿੰਨਾਂ ਗੁਣਾਂ ਤੋਂ। ਮਾਇਆ ਦੇ ਤਿੰਨਾਂ ਗੁਣਾਂ ਤੋਂ ਸਾਨੂੰ ਬਚਾ ਕੇ ਰੱਖਿਆ ਪਰਮਾਤਮਾ ਨੇ, ਕਿਉਂਕਿ ਗੁਰੂ ਨਾਲ ਮੇਲ ਕਰਾਤਾ ਹੈ। ਅਣ ਦਿਨ ਭਗਤ ਹਰ ਨਾਮ ਦ੍ਰਿੜਾਇਆ। ਦਿਨ ਰਾਤ ਸਾਡੇ ਅੰਦਰ ਭਗਤੀ ਅਤੇ ਨਾਮ ਪੱਕਿਆਂ ਕਰਤਾ।
ਅਣ ਦਿਨ ਭਗਤ ਹਰ ਨਾਮ ਦ੍ਰਿੜਾਏ। ਦਿਨ ਰਾਤ ਫਿਰ ਮਨੁੱਖ ਹਰੀ ਦੀ ਭਗਤੀ ਕਰਦਾ, ਹਰੀ ਦਾ ਨਾਮ ਜਪਦਾ ਹੈ। ਤ੍ਰੈ ਗੁਣ ਬਾਣੀ ਬ੍ਰਹਮ ਜੰਜਲ। ਇਹ ਬ੍ਰਹਮਾ ਦੀ ਬਾਣੀ ਜਿਹੜੀ ਹੈ ਇਹ ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਹੈ, ਇਸ ਲਈ ਮਾਇਆ ਦਾ ਜੰਜਾਲ ਬੰਦੇ ਨੂੰ ਚੰਬੜ ਜਾਂਦਾ ਹੈ। ਪੜ੍ਹ ਬਾਦ ਵਖਾਣੈ ਸਿਰ ਮਾਰੇ ਜਮਕਲ। ਇਹ ਕਹਿੰਦਾ ਪੜ੍ਹਦੇ ਤਾਂ ਹੈਗੇ, ਵੇਦਾਂ ਨੂੰ ਪੜ੍ਹਦੇ ਨੇ, ਪਰ ਵਾਦ ਵਿਵਾਦ ਕਰਦੇ ਨੇ, ਬਹਿਸ ਕਰਦੇ ਨੇ। ਇਸ ਲਈ ਜਮ ਜਿਹੜਾ ਮੌਤ ਦਾ ਜਮ ਮਾਰੇ ਸਿਰ, ਇਹਦੇ ਇਹਨਾਂ ਦੇ ਸਿਰ 'ਤੇ ਡੰਡੇ ਮਾਰਦਾ ਹੈ ਵੀ ਨਾਮ ਨਹੀਂ ਜਪਦੇ ਤੁਸੀਂ। ਤਤ ਨਾ ਚੀਨੈ ਬੰਨੈ ਪੰਡ ਪਰਾਲਾ। ਜੇ ਪਰਾਲੀ ਦੀ ਕੋਈ ਪੰਡ ਬਣ ਲੈ ਕੀ ਕੀਮਤ ਪੈਂਦੀ, ਉਹ ਲੱਗਦਾ ਫੂਸ ਜਿਹਾ ਸਿਰ 'ਤੇ ਚੱਕੀ ਜਾਂਦਾ ਹੈ। ਤਤ ਨਾ ਚੀਨੇ, ਅਸਲੀਅਤ ਨੂੰ ਜਾਣਦੇ ਹੀ ਨਹੀਂ ਇਹ ਪਰਮਾਤਮਾ ਨੂੰ ਜਾਣਦੇ ਹੀ ਨਹੀਂ ਹੈਗੇ। ਇਸ ਲਈ ਐਸੇ ਧਾਰਮਿਕ ਕਰਮ ਕਰਦੇ ਨੇ ਜੇ ਸਮਝੋ ਕਿ ਪਰਾਲੀ ਦੀ ਪੰਡ ਬੰਨੀ ਚੱਕੀ ਫਿਰਦੇ ਹਨ। ਮਨਮੁਖ ਅਗਿਆਨ ਕੁਮਾਰਗ ਪਾਏ। ਜਿਹੜੇ ਮਨਮੁਖ ਹੁੰਦੇ ਨੇ ਇਹ ਅਗਿਆਨੀ ਹੁੰਦੇ ਨੇ, ਇਹਨਾਂ ਨੂੰ ਪਰਮਾਤਮਾ ਕੁਮਾਰਗ ਪੈੜੇ ਰਾਹ 'ਤੇ ਤੋਰ ਦਿੰਦਾ। ਜਾਓ ਠੇਕਿਆਂ 'ਤੇ ਜਾਓ, ਜਾਓ ਚੋਰੀਆਂ ਕਰੋ, ਡਾਕੇ ਮਾਰੋ, ਠੱਗੀਆਂ ਕਰੋ। ਹਰ ਨਾਮ ਵਿਸਾਰਿਆ ਬਹੁ ਕਰਮ ਦ੍ਰਿੜਾਏ। ਇਹ ਨਾਮ ਤੇ ਜਪਦੇ ਨਹੀਂ, ਨਾਮ ਦਾ ਭੁਲਾਤਾ ਹੈ, ਹੋਰ ਬੜੇ ਕਰਮ ਕਰਦੇ ਰਹਿੰਦੇ ਨੂੰ। ਨਾਮ ਨਹੀਂ ਜਪਦੇ, ਕਰਮ ਕਾਂਡ ਕਰਦੇ ਰਹਿੰਦੇ ਨੇ, ਵਿਖਾਵੇ ਦੇ ਧਾਰਮਿਕ ਕਰਮ ਕਰਦੇ ਰਹਿੰਦੇ ਹਨ। ਇਹੋ ਜਿਹੇ ਬੰਦੇ ਕੀ ਮਨਮੁਖੀ ਕਹੇ, ਭਵਜਲ ਡੂਬੇ ਦੂਜੇ ਪਾਏ। ਮਾਇਆ ਨਾਲ ਪਿਆਰ ਹੋਣ ਕਰਕੇ ਭਵ ਸਾਗਰ ਦੇ ਵਿੱਚ ਹੀ ਡੁੱਬ ਜਾਂਦੇ, ਸੰਸਾਰ ਸਮੁੰਦਰ ਵਿੱਚ ਹੀ ਡੁੱਬ ਜਾਂਦੇ ਹਨ। ਕਿਉਂਕਿ ਮਨਮੁਖ ਨੇ, ਮਨਮੁਖ ਅਗਿਆਨੀ ਨੇ। ਅਗਿਆਨੀ ਕਿਉਂ ਨੇ? ਗਿਆਨ ਤਾਂ ਸਾਰਾ ਗੁਰੂ ਤੋਂ ਮਿਲਣਾ। ਗਿਆਨ ਕਿੱਥੋਂ ਮਿਲਣਾ? ਗੁਰੂ ਤੋਂ ਮਿਲਣਾ। ਅਸੀਂ ਤਾਂ ਹੈ ਹੀ ਅਗਿਆਨੀ। ਜਿਹੜਾ ਥੋੜ੍ਹਾ ਬਹੁਤਾ ਗਿਆਨ ਹੋਇਆ ਇਹ ਤਾਂ ਬਾਣੀ ਪੜ੍ਹ ਸੁਣ ਕੇ ਹੋਇਆ, ਇਹ ਗੁਰਮੁਖਾਂ ਦੀ ਗੱਲਾਂ ਸੁਣ ਕੇ ਹੋਇਆ ਗਿਆਨ। ਤਾਂ ਹੀ ਕਹਿੰਦੇ ਗੁਰ ਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਗੁਰੂ ਨੂੰ ਮਿਲ, ਉਸ ਤੋਂ ਜੀਵਨ ਜਿਉਣ ਦੀ ਜਾਚ ਸਿੱਖ, ਫਿਰ ਤੈਨੂੰ ਦੁੱਖ ਨਹੀਂ ਲੱਗੇਗਾ। ਜਿਹਨੂੰ ਜੀਵਨ ਜਿਉਣਾ ਆ ਗਿਆ ਹੈ। ਹੁਣ ਲੋਕ ਤਾਂ ਕੁਚੱਚੇ ਨੇ, ਜੀਵਨ ਜਿਉਣਾ ਨਹੀਂ ਆਉਂਦਾ ਹੈਗਾ। ਉਹ ਜੋ ਜੀਵਨ ਜਿਉਂ ਰਹੇ ਨੇ ਉਹਨਾਂ ਨੂੰ ਲੱਗਦਾ ਇਹੀ ਵਧੀਆ ਹੈ, ਇਹੀ ਵਧੀਆ। ਸਮੱਸਿਆ ਤਾਂ ਆਹ ਹੈ ਨਾ। ਨਾਰਦ ਜੀ ਜਾ ਰਹੇ ਵਿਸ਼ਨੂੰ ਮਹਾਰਾਜ ਨੂੰ ਮਿਲਣ ਆਕਾਸ਼ 'ਚ ਜਾ ਰਹੇ। ਹੇਠਾਂ ਨਿਗਾਹ ਪੈ ਗਈ, ਇੱਕ ਸੂਰ ਹੈ ਗੰਦੀ ਨਾਲੀ ਦੇ ਵਿੱਚ ਗੰਦ ਮੰਦ ਖਾ ਰਿਹਾ ਹੈ। ਨਾਰਦ ਜੀ ਨੂੰ ਤਰਸ ਆ ਗਿਆ। ਹੇਠਾਂ ਉਤਰੇ, ਸੂਰ ਦੀ ਬੋਲੀ 'ਚ ਬੋਲਦੇ ਨੇ, ਐ ਸੂਰ ਮੈਂ ਸਵਰਗ ਨੂੰ ਚੱਲਿਆ, ਤੂੰ ਮੇਰੇ ਨਾਲ ਜਾਣਾ ਹੈ? ਕਹਿੰਦੇ ਸਵਰਗ 'ਚ ਕੀ ਹੁੰਦਾ? ਉਹਨੇ ਦੱਸਿਆ ਬੜੇ ਸੋਹਣੇ ਬਾਗ ਨੇ, ਖਾਣ ਪੀਣ ਪਹਿਨਣ ਦੀ ਕੋਈ ਕਮੀ ਨਹੀਂ ਹੈਗਾ, ਬੜੀ ਰੌਣਕ ਮੇਲਾ। ਕਹਿੰਦਾ ਨਾਰਦ ਜੀ ਮੈਨੂੰ ਇਹ ਦੱਸੋ ਉੱਥੇ ਗੰਦੀਆਂ ਨਾਲੀਆਂ ਹੈਗੀਆਂ? ਕਹਿੰਦਾ ਬਈ ਇਹ ਨਹੀਂ ਹੁੰਦੀਆਂ ਉੱਥੇ। ਕਹਿੰਦਾ ਤਾਂ ਨਹੀਂ ਮੈਂ ਜਾਂਦਾ। ਮਨਮੁਖ ਦਾ ਤਾਂ ਆਹ ਹਾਲ ਹੈ, ਇਹ ਹਾਲ ਹੈ। ਉਹ ਤਾਂ ਚਲੋ ਕਹਿੰਦਾ ਨਹੀਂ, ਉਹਨੂੰ ਕਿਹਾ ਗੁਰਦੁਆਰੇ ਚਲੀਏ, ਉਹ ਕਹੂਗਾ ਉੱਥੇ ਕੋਈ ਪੈਗ ਮਿਲੇਗਾ ਪੀਣ ਨੂੰ? ਅਤੇ ਜੇ ਕਹਿੰਦਾ ਹਾਂ ਮਿਲੇਗਾ, ਲੈ ਹੁਣੇ ਚੱਲਦੇ, ਹੁਣੇ ਚੱਲਦੇ। ਸੋ ਇਸ ਲਈ ਜਿਹੜਾ ਮਨਮੁਖ ਹੈ ਇਹ ਅਗਿਆਨੀ ਹੁੰਦਾ ਹੈ, ਇਹ ਪੁੱਠੇ ਰਾਹ 'ਤੇ ਚੱਲਦਾ ਹੈ। ਹਰੀ ਦੇ ਨਾਮ ਨੂੰ ਇਹਨੇ ਵਿਸਾਰ ਦਿੱਤਾ ਹੈ, ਦੇਖਣ ਲਈ ਬੜੇ ਕਰਮ ਕਾਂਡ ਕਰਦਾ ਹੈ। ਇਹੋ ਜਿਹੇ ਇਸ ਭਾਵ ਸਾਗਰ ਡੁੱਬ ਜਾਂਦੇ ਨੇ। ਕਿਉਂ? ਇਹ ਰੱਬ ਨੂੰ ਪਿਆਰ ਨਹੀਂ ਕਰਦੇ, ਦੂਜੇ ਪਾਏ ਇਹ ਮਾਇਆ ਨੂੰ ਪਿਆਰ ਕਰਦੇ ਹਨ। ਮਨਮੁਖ ਅਗਿਆਨ ਕੁਮਾਰਗ ਪਾਏ, ਮਨਮੁਖ ਅਗਿਆਨ
कुमार्ग पाए। कुमार्ग पाए। हर नाम विसारिया बहु कर्म दृढ़ाए। हर नाम विसारिया बहु कर्म दृढ़ाए। हर नाम विसारिया पव जल डूबे दूजे पाए। पव जल डूबे दूजे पाए। सत्कारयोग सासी सभा आ गया। वाहिगुरु जी का खालसा वाहिगुरु जी की फतेह।